ਸਫਾ ਹੈਗਾ 354, ਪਤਨੀਆਂ ਅਤੇ ਪਤੀ ਮਸੀਹ ਦਾ ਡਰ ਮੰਨਦੇ ਹੋਏ ਆਪਣੇ ਆਪ ਨੂੰ ਇੱਕ ਦੂਜੇ ਨੂੰ ਸੌਂਪ ਦੇਵੋ। ਪਤਨੀਓ ਆਪਣੇ ਆਪ ਨੂੰ ਆਪਣੇ ਪਤੀਆਂ ਨੂੰ ਸੌਂਪ ਦੇਵੋ, ਜਿਸ ਤਰ੍ਹਾਂ ਕਿ ਪ੍ਰਭੂ ਨੂੰ, ਕਿਉਂਕਿ ਪਤੀ ਪਤਨੀ ਦਾ ਸਿਰ ਹੈ। ਜਿਸ ਤਰ੍ਹਾਂ ਮਸੀਹ ਵਿਸ਼ਵਾਸ ਸੰਗਤ ਦਾ ਸਿਰ ਅਤੇ ਮੁਕਤੀਦਾਤਾ ਹੈ, ਜੋ ਉਸ ਦਾ ਸਰੀਰ ਹੈ। ਇਸ ਲਈ ਪਤਨੀਆਂ ਆਪਣੇ ਪਤੀਆਂ ਦੇ ਉਸੇ ਤਰ੍ਹਾਂ ਅਧੀਨ ਰਹਿਣ, ਜਿਸ ਤਰ੍ਹਾਂ ਵਿਸ਼ਵਾਸ ਸੰਗਤ ਮਸੀਹ ਦੇ ਹੈ। ਪਤੀਓ, ਤੁਸੀਂ ਵੀ ਆਪਣੀਆਂ ਪਤਨੀਆਂ ਨੂੰ ਉਸੇ ਤਰ੍ਹਾਂ ਪਿਆਰ ਕਰੋ, ਜਿਸ ਤਰ੍ਹਾਂ ਮਸੀਹ ਨੇ ਵਿਸ਼ਵਾਸ ਸੰਗਤ ਨੂੰ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਕੁਰਬਾਨ ਕਰ ਦਿੱਤਾ। ਉਸ ਨੇ ਇਹ ਇਸ ਲਈ ਕੀਤਾ ਕਿ ਉਹ ਉਸ ਨੂੰ ਪਾਣੀ ਅਤੇ ਪਵਿੱਤਰ ਵਚਨ ਦੇ ਨਾਲ ਸ਼ੁੱਧ ਅਤੇ ਪਵਿੱਤਰ ਕਰੇ, ਅਤੇ ਇਸ ਤਰ੍ਹਾਂ ਉਹ ਉਸ ਨੂੰ ਆਪਣੇ ਸਾਹਮਣੇ ਪੂਰਨ ਮਹਿਮਾ ਭਰੀ ਸੁੰਦਰਤਾ ਸਮੇਤ ਬਿਨਾਂ ਕਿਸੇ ਧੱਬੇ ਅਤੇ ਝੁਰੀ ਦੇ ਹਾਜ਼ਰ ਕਰੇ। ਪਤੀਆਂ ਨੂੰ ਆਪਣੀ ਪਤਨੀਆਂ ਨੂੰ ਇਸ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ, ਜਿਸ ਤਰ੍ਹਾਂ ਕਿ ਉਹ ਆਪਣੇ ਸਰੀਰਾਂ ਨੂੰ ਕਰਦੇ ਹਨ, ਕਿਉਂਕਿ ਜੋ ਕੋਈ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ, ਉਹ ਅਸਲ ਵਿੱਚ ਆਪਣੇ ਆਪ ਨੂੰ ਪਿਆਰ ਕਰਦਾ ਹੈ। ਕੋਈ ਮਨੁੱਖ ਵੀ ਆਪਣੇ ਸਰੀਰ ਨੂੰ ਨਫ਼ਰਤ ਨਹੀਂ ਕਰਦਾ ਹੈ, ਸਗੋਂ ਉਹ ਉਸ ਦੀ ਇਸ ਤਰ੍ਹਾਂ ਨਾਲ ਪਾਲਣਾ ਪੋਸ਼ਣਾ ਕਰਦਾ ਹੈ, ਜਿਸ ਤਰ੍ਹਾਂ ਮਸੀਹ ਵਿਸ਼ਵਾਸ ਸੰਗਤ ਦੀ ਕਰਦਾ ਹੈ, ਕਿਉਂਕਿ ਅਸੀਂ ਵੀ ਉਸ ਦੇ ਸਰੀਰ ਦੇ ਅੰਗ ਹਾਂ। ਇਸੇ ਲਈ ਧਰਮ ਗ੍ਰੰਥ ਕਹਿੰਦਾ ਹੈ, ਆਦਮੀ ਇਸੇ ਕਾਰਨ ਆਪਣੇ ਮਾਤਾ ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਜੁੜਿਆ ਰਹੇਗਾ, ਅਤੇ ਇਸ ਤਰ੍ਹਾਂ ਉਹ ਦੋਵੇਂ ਇੱਕ ਹੋਣਗੇ। ਇਹਨਾਂ ਸ਼ਬਦਾਂ ਵਿੱਚ ਇੱਕ ਵੱਡਾ ਭੇਤ ਪ੍ਰਗਟ ਕੀਤਾ ਗਿਆ ਹੈ, ਜੋ ਮੈਂ ਸਮਝਦਾ ਹਾਂ ਕਿ ਮਸੀਹ ਅਤੇ ਵਿਸ਼ਵਾਸ ਸੰਗਤ ਤੇ ਲਾਗੂ ਹੁੰਦਾ ਹੈ, ਪਰ ਇਹ ਤੁਹਾਡੇ ਤੇ ਵੀ ਲਾਗੂ ਹੁੰਦਾ ਹੈ। ਹਰ ਪਤੀ ਆਪਣੀ ਪਤਨੀ ਨੂੰ ਆਪਣੇ ਵਾਂਗ ਪਿਆਰ ਕਰੇ, ਹਰ ਪਤਨੀ ਆਪਣੇ ਪਤੀ ਦਾ ਆਦਰ ਕਰੇ। ਪੜ੍ਹੇ ਸੁਣੇ ਜਾਣ ਤੇ ਸਾਰਿਆਂ ਨੂੰ ਸ਼ੀਸ਼ ਬਰਕਤ ਮਿਲੇ। ਵਚਨ ਦੇ ਵਿੱਚ ਅਸੀਂ ਅੱਜ ਜਿਹੜੀ ਚੀਜ਼ ਦੇਖਾਂਗੇ, ਉਹ ਅੱਜ ਅਸੀਂ ਸਵਰਗੀ ਦੇਖਾਂਗੇ। ਪ੍ਰਭੂ ਯਿਸੂ ਮਸੀਹ ਨੂੰ ਕਲੀਸਿਆ ਦਾ ਪਤੀ ਕਿਹਾ ਗਿਆ, ਔਰ ਕਲੀਸਿਆ ਨੂੰ ਉਸਦੀ ਪਤਨੀ ਕਿਹਾ ਗਿਆ। ਔਰ ਜਿਹੜਾ ਉਸਦਾ ਪਿਆਰ ਆ, ਉਸਦੀ ਪਵਿੱਤਰਤਾ ਨੂੰ ਇੱਥੇ ਦੱਸਿਆ ਗਿਆ, ਔਰ ਇਹ ਦੱਸਿਆ ਗਿਆ ਜਿਸ ਲਈ ਅਸੀਂ ਦੂਸਰਾ ਆਪਣਾ ਵੀ ਦੇਖਾਂਗੇ। ਦੁਨਿਆਵੀ ਤੌਰ ਤੇ ਜੋ ਪਤੀ ਪਤਨੀਆਂ ਨੂੰ ਪ੍ਰਭੂ ਨੇ ਕਿਹਾ, ਉਹ ਵੀ ਦੇਖਾਂਗੇ। ਲੇਕਿਨ ਅੱਜ ਜਿਹੜਾ ਅਸੀਂ ਫੋਕਸ ਰੱਖਾਂਗੇ, ਉਹ ਪ੍ਰਭੂ ਯਿਸੂ ਮਸੀਹ ਦੇ ਉੱਤੇ ਔਰ ਚਰਚ ਦੇ ਉੱਤੇ, ਕਲੀਸਿਆ ਦੇ ਉੱਤੇ ਰੱਖਾਂਗੇ, ਜੋ ਸਾਡਾ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਲ ਰਿਸ਼ਤਾ ਜਿਹੜਾ ਸਾਨੂੰ ਇੱਕ ਦੱਸਿਆ ਗਿਆ। ਪ੍ਰਭੂ ਦੇ ਵਚਨ ਦੇ ਵਿੱਚ ਜਿਸ ਵੇਲੇ ਅਸੀਂ ਪੜ੍ਹਦੇ ਹਾਂ, ਤੇ ਉਹ ਹਮੇਸ਼ਾ ਸਾਨੂੰ ਇਹ ਦੱਸਦਾ ਕਿ ਉਹ ਆਏਗਾ ਔਰ ਆਪਣੀ ਪਤਨੀ ਨੂੰ ਲੈ ਜਾਏਗਾ, ਔਰ ਉਸਦੇ ਵਿੱਚ 7 ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ। ਸਭ ਤੋਂ ਪਹਿਲਾਂ ਜਿਹੜਾ ਦੁਲਹਾ ਆ, ਜਿਹੜਾ ਪਤੀ ਆ, ਉਹ ਉਸ ਮੰਗੇਤਰ ਨੂੰ ਪਸੰਦ ਕਰਦਾ। ਫਿਰ ਉਹ ਬਾਪ ਨੂੰ ਦੱਸਦਾ, ਬਾਪ ਜਾ ਕੇ ਸਾਰੀ ਜਿੱਦਾਂ ਕਿ ਸਭ ਕੁਝ ਪਤਾ ਕਰਦਾ। ਫਿਰ ਉਹ ਕਹਿੰਦਾ ਕਿ ਠੀਕ ਆ। ਫਿਰ ਉਹ ਇੱਕ ਮੰਗਣੀ ਦੀ ਉਸਨੂੰ ਨਿਸ਼ਾਨੀ ਦਿੰਦਾ। ਉੱਥੇ ਉਹ ਬਿਥਰੋ, ਜਾਂ ਤੁਸੀਂ ਇਹ ਕਹਿ ਲਓ ਕਿ ਉਸਦੀ ਅੰਗੇਜਮੈਂਟ ਹੋ ਜਾਏ। ਫਿਰ ਉਸ ਤੋਂ ਬਾਅਦ ਉਹ ਆਪਣੇ ਘਰ ਜਾਂਦਾ, ਔਰ ਯਹੂਦੀਆਂ ਦੇ ਹਮੇਸ਼ਾ ਜਿਹੜੇ ਘਰ ਹੁੰਦੇ ਸੀਗੇ, ਉਹ ਬਾਕਸ ਟਾਈਪ ਘਰ ਹੁੰਦੇ ਸੀਗੇ। ਸੋ ਉਹ ਆਪਣੇ ਲਈ ਔਰ ਆਪਣੀ ਪਤਨੀ ਦੇ ਲਈ ਉੱਥੇ ਕਮਰਾ ਬਣਵਾਉਂਦਾ। ਜਿਸ ਵੇਲੇ ਉਹ ਸਭ ਕੁਝ ਹੋ ਜਾਂਦਾ, ਫਿਰ ਬਾਪ ਉਸਨੂੰ ਇਜਾਜ਼ਤ ਦਿੰਦਾ। ਇਜਾਜ਼ਤ ਪਾਉਣ ਤੋਂ ਬਾਅਦ ਉਹ ਜਿਹੜੀ ਦੁਲਹਨ ਆ, ਉਸਦੇ ਲਈ ਇੱਕ ਕੀਮਤ ਤੈਅ ਕੀਤੀ ਜਾਂਦੀ ਹੈ, ਜੋ ਉਸਦੇ ਮਾਂ-ਬਾਪ ਨੂੰ ਦਿੱਤੀ ਜਾਂਦੀ ਹੈ। ਔਰ ਫਿਰ ਦੁਲਹਨ ਨੂੰ ਘਰ ਲੈ ਕੇ ਉਹ ਆਉਂਦਾ, ਔਰ ਇੱਕ ਵੱਡਾ ਭੋਜ ਦਿੰਦਾ ਸਾਰੇ। These are the steps. ਲੇਕਿਨ ਇੱਕ ਚੀਜ਼ ਬਹੁਤ ਜ਼ਰੂਰੀ ਹੈ ਕਿ ਉਸ ਸਮੇਂ ਦੇ ਵਿੱਚ, ਇਹ ਸਾਰੇ ਸਮੇਂ ਦੇ ਵਿੱਚ ਵਿਆਹ ਹੋਣ ਤੱਕ ਦੁਲਹੇ ਦਾ ਬਾਪ ਔਰ ਮਾਂ, ਔਰ ਦੂਜੇ ਪਾਸੇ ਦੁਲਹਨ ਦੇ ਮਾਂ ਔਰ ਬਾਪ ਉਸ ਬੱਚੀ ਨੂੰ ਪਿਆਰ ਕਰਦੇ, ਉਸਨੂੰ ਹਰ ਪਾਸੇ ਤੋਂ ਤਿਆਰ ਕੀਤਾ ਜਾਂਦਾ ਕਿ ਇਹਦਾ ਹੁਣ ਵਿਆਹ ਹੋਣ ਜਾ ਰਿਹਾ। ਮਾਨਸਿਕ ਤੌਰ ਤੇ, ਸਰੀਰਕ ਤੌਰ ਤੇ, ਆਤਮਿਕ ਤੌਰ ਦੇ ਉੱਤੇ
ਉਸਨੂੰ ਸਿਖਾਇਆ ਜਾਂਦਾ ਕਿ ਪਤਨੀ ਦੇ ਕਿਹੜੇ-ਕਿਹੜੇ ਕੰਮ ਇਸ ਤਰ੍ਹਾਂ ਕਰਨੇ ਆ, ਤਾਂ ਕਿ ਜਿਸ ਲਈ ਉਹ ਆਪਣੇ ਘਰ ਜਾਏ ਤਾਂ ਉਸਨੂੰ ਪਤਾ ਹੋਵੇ ਕਿ ਦੂਸਰਾ, ਕਿਉਂਕਿ ਉਹਨਾਂ ਦਾ ਆਉਣਾ ਜਾਣਾ ਆ, ਤੇ ਉਹਨੂੰ ਪਤਾ ਹੋਵੇ ਕਿ ਮੈਂ ਇਸ ਘਰ ਜਾ ਰਹੀ ਹਾਂ, ਹੁਣ ਇਹ ਮੈਂ ਆਪਣੇ ਘਰ ਜਾ ਰਹੀ ਹਾਂ। ਇਹ ਪ੍ਰੋਸੈਸ ਇਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਬਿਲਕੁਲ ਇਸੇ ਤਰ੍ਹਾਂ ਸਾਰੇ ਇਹ ਕਦਮ ਪੂਰੇ ਕੀਤੇ। ਸੋ ਜਿਹੜਾ ਪਹਿਲਾ ਸਟੈਪ ਸੀਗਾ ਉਸ ਦੇ ਵਿੱਚ ਇਹ ਸੀਗਾ ਕਿ ਪ੍ਰਭੂ ਯਿਸੂ ਮਸੀਹ ਦਾ ਧਰਤੀ ਦੇ ਉੱਤੇ ਆਉਣਾ ਔਰ ਉਹਨਾਂ ਨੂੰ ਦੱਸਣਾ ਕਿ ਮੈਂ, ਮੇਰਾ ਪਿਆਰ ਜਿਹੜਾ ਤੁਹਾਡੇ ਨਾਲ ਉਹ ਕਿਸ ਤਰ੍ਹਾਂ ਦਾ ਹੈ। ਦੂਸਰਾ, ਜਿਸ ਵੇਲੇ ਯਿਸੂ ਮਸੀਹ ਨੇ ਸਾਨੂੰ, ਬਾਪ ਨੇ 3 ਵਾਰੀ ਸਵਰਗ ਤੋਂ ਆਵਾਜ਼ ਦੇ ਕੇ ਕਿਹਾ ਕਿ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਨੂੰ ਮੈਂ ਬਹੁਤ ਪਿਆਰ ਕਰਦਾ, ਇਸ ਦੀ ਸੁਣੋ। ਤੀਸਰਾ, ਸਾਨੂੰ ਪ੍ਰਭੂ ਯਿਸੂ ਮਸੀਹ ਨੇ ਮੰਗਣੀ ਜਿਹੜੀ ਸਾਡੀ ਹੋਈ ਹੈ, ਉਸਨੇ ਪਵਿੱਤਰ ਆਤਮਾ ਉਹ ਮੁੰਦੀ ਉਹ ਦੇ ਤੌਰ ਦੇ ਉੱਤੇ ਕਿ ਉਹ ਆਉਣ ਵਾਲੀ ਜਿਹੜਾ ਵਿਰਸਾ ਆ ਉਹਦੀ ਨਿਸ਼ਾਨੀ ਦਿੱਤੀ। ਉਥੋਂ ਇਹ ਹੋ ਗਿਆ ਕਿ ਮੈਂ ਜਿਹੜੀ ਉਹ ਪਤਨੀ ਆ, ਜਿਹੜੀ ਉਹ ਹਾਲੇ ਦੁਲਹਨ ਨਹੀਂ ਬਣੀ, ਮੰਗੇਤਰ ਆ, ਉਸਨੂੰ ਇਹ ਪਤਾ ਆ ਕਿ ਮੈਂ ਜਿੱਥੇ ਜਾ ਰਹੀ ਹਾਂ ਉੱਥੇ ਮੈਨੂੰ ਕੀ ਕੁਛ ਮਿਲਣਾ, ਉੱਥੇ ਮੈਂ ਕੀ ਬਣ ਕੇ ਜਾ ਰਹੀ। ਤੀਸਰਾ, ਅਗਲਾ ਚੌਥਾ ਪੁਆਇੰਟ, ਪ੍ਰਭੂ ਯਿਸੂ ਮਸੀਹ ਨੇ ਸਾਨੂੰ ਇਹ ਦੱਸਿਆ ਕਿ ਮੈਂ ਘਰ ਤਿਆਰ ਕਰਨ ਜਾ ਰਿਹਾ। ਪੜਾਂਗੇ ਆਪਾਂ ਸਾਰੀਆਂ ਆਇਤਾਂ, ਲੇਕਿਨ ਇਹ ਜਿੱਦਾਂ 7 ਚੀਜ਼ਾਂ ਕਲੀਅਰ ਹੋ ਜਾਣੀਆਂ ਚਾਹੀਦੀਆਂ ਬਿਲਕੁਲ, ਕਿ ਉਹਨੇ ਕਿੱਦਾਂ ਇਹ ਸਾਰੇ ਕੀਤੇ। ਫਿਰ ਬਾਪ ਦੀ ਇਜਾਜ਼ਤ ਆਈ ਹੈ, ਯਿਸੂ ਮਸੀਹ ਨੇ ਕੀਮਤ ਦਿੱਤੀ ਹੈ, ਔਰ ਹੁਣ ਵਾਪਸ ਆ ਕੇ ਉਸਨੇ ਲੈ ਕੇ ਜਾ, ਕਿੱਦਾਂ ਲੈ ਕੇ ਜਾਣਾ ਸੀ ਉਹ ਵੀ ਦੇਖਾਂਗੇ, ਉਹਨੇ ਵਾਅਦਾ ਕੀਤਾ ਉਹ ਵੀ ਦੇਖਾਂਗੇ, ਲੇਕਿਨ ਜਿਹੜਾ ਦੁਲਹਨ ਦੇ ਨਾਲ ਉਸਦਾ ਪਿਆਰ ਆ, ਆਪਣੀ ਮੰਗੇਤਰ ਦੇ ਨਾਲ ਜਿਹੜਾ ਉਸਦਾ ਪਿਆਰ, ਉਸਨੂੰ ਦੇਖਾਂਗੇ। ਸੋ ਅਗਰ ਤੁਹਾਨੂੰ ਆਦਤ ਆ ਕਿ ਤੁਸੀਂ ਲਾਉਣੇ ਹੈਗੇ ਆ, ਨੋਟਸ ਬਣਾਉਣੇ ਹੈਗੇ ਆ, it is going to be a good day to make some notes, because ਹੁਣ ਇਸ ਤਰ੍ਹਾਂ ਕਿ ਮੈਂ ਇੱਕ ਵਾਰੀ ਤੁਹਾਨੂੰ ਬੇਸਿਕਲੀ ਮੈਂ ਤੁਹਾਨੂੰ ਸਾਰੀ ਬਾਈਬਲ ਦੇ ਵਿੱਚ ਦੀ ਲਗਾ ਚੁੱਕਾ ਹਾਂ। ਸੋ ਹੁਣ ਜਰਾ ਥੋੜਾ ਜਿਹਾ ਮੈਂ ਫਾਸਟ ਅਪ ਜਾਣਾ ਹੈ ਤਾਂ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਸਮਝ ਸਕੀਏ। ਇੰਨਾ ਵੀ ਨਹੀਂ ਫਾਸਟ ਜਾਣਾ, ਲੇਕਿਨ ਥੋੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕਿ ਉਹ ਅਸੀਂ ਥੋੜੀਆਂ ਆਇਤਾਂ ਪੜਾਂਗੇ, ਹੁਣ ਸਾਰੀਆਂ ਆਇਤਾਂ ਨਹੀਂ ਪੜਾਂਗੇ, ਹੁਣ ਪੂਰੇ ਚੈਪਟਰ ਨਹੀਂ ਪੜਾਂਗੇ, ਹੁਣ ਥੋੜੀਆਂ ਆਇਤਾਂ ਪੜਾਂਗੇ, ਔਰ ਕਿਉਂਕਿ ਅਸੀਂ ਪਹਿਲਾਂ ਉਹ ਬਹੁਤ ਵਾਰੀ ਪੜ ਚੁੱਕੇ ਹਾਂ। ਸੋ ਆਓ ਅਸੀਂ ਇਸ ਸਵਰਗ ਦੇ ਰਿਸ਼ਤੇ ਨੂੰ ਦੇਖੀਏ ਜੋ ਪ੍ਰਭੂ ਨੇ ਸਾਡੇ ਨਾਲ ਰੱਖਿਆ, ਔਰ ਇੱਥੇ ਅਸੀਂ ਪ੍ਰਭੂ ਯਿਸੂ ਮਸੀਹ ਦਾ ਧਰਤੀ ਦੇ ਉੱਤੇ ਆਉਣਾ ਉਸਨੂੰ ਦੇਖਾਂਗੇ ਕਿ ਪ੍ਰਭੂ ਯਿਸੂ ਮਸੀਹ ਨੇ ਮੇਰੇ ਨਾਲ ਯਹੂਨਾ ਦਾ 3 ਭਾਵ ਕੱਢੋ ਔਰ ਉਸਦੀ 22 ਤੋਂ ਲੈ ਕੇ 30 ਆਇਤ, ਔਰ ਪੰਨਾ ਹੈਗਾ 166 ਪੰਨਾ, ਤੀਸਰਾ ਚੈਪਟਰ। ਸਾਨੂੰ ਪਤਾ ਕਿ ਤੀਸਰੇ ਚੈਪਟਰ ਦੇ ਵਿੱਚ ਪ੍ਰਭੂ ਦਾ ਪਿਆਰ, ਬਾਪ ਦਾ ਪਿਆਰ ਸਾਨੂੰ ਦਿਖਾਇਆ ਗਿਆ ਕਿ ਇੰਨਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ। 3 ਦੀ ਜਿਸ ਲਈ ਅਸੀਂ 16-17 ਆਇਤ ਪੜ੍ਹਦੇ ਹਾਂ ਤੇ ਸਾਨੂੰ ਉਹ ਚੀਜ਼ਾਂ ਦਿਖਾਈਆਂ ਗਈਆਂ। ਲੇਕਿਨ ਹੁਣ ਅਸੀਂ ਇੱਕ ਕਦਮ ਅੱਗੇ ਜਾਵਾਂਗੇ ਕਿ ਜਿਹੜੀਆਂ ਯਹੂਨਾ ਨੇ ਜਿਹੜੀ ਚੀਜ਼ ਕਹੀ ਦੱਸੀ ਹੈ ਸਾਨੂੰ, ਉਹ ਕੀ ਹੈ। 25 ਤੋਂ ਲੈ ਕੇ 22 ਤੋਂ ਲੈ ਕੇ ਪੜਾਂਗੇ, 22 ਤੋਂ ਲੈ ਕੇ ਅਸੀਂ ਇਸ ਨੂੰ 30 ਤੱਕ ਪੜਾਂਗੇ। ਮੈਂ ਪੜ੍ਹਦੇ ਹਾਂ ਜੀ। ਹਾਂਜੀ ਹਾਂਜੀ। ਪ੍ਰਭੂ ਯੀਸ਼ੂ ਅਤੇ ਯਹੂਨਾ ਬਪਤਿਸਮਾ ਦੇਣ ਵਾਲਾ, ਇਸ ਦੇ ਮਗਰੋਂ ਯੀਸ਼ੂ ਆਪਣੇ ਚੇਲਿਆਂ ਨਾਲ ਯਹੂਦੀਆਂ ਦੇ ਇਲਾਕੇ ਵਿੱਚ ਆਏ ਅਤੇ ਉੱਥੇ ਉਹਨਾਂ ਦੇ ਨਾਲ ਰਹੇ। ਉਹ ਬਪਤਿਸਮਾ ਵੀ ਦਿੰਦੇ ਸਨ। ਯਹੂਨਾ ਵੀ ਸ਼ਲੋਮ ਦੇ ਨੇੜੇ ਐਨੋਨ ਵਿੱਚ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਸੀ, ਕਿਉਂਕਿ ਉੱਥੇ ਪਾਣੀ ਬਹੁਤ ਸੀ ਅਤੇ ਲੋਕੀ ਆ ਕੇ ਬਪਤਿਸਮਾ ਲੈ ਰਹੇ ਸਨ। ਯਹੂਨਾ ਅਜੇ ਕੈਦ ਵਿੱਚ ਨਹੀਂ ਕੀਤਾ ਗਿਆ ਸੀ। ਯਹੂਨਾ ਦੇ ਚੇਲਿਆਂ ਦੀ ਕਿਸੇ ਯਹੂਦੀ ਨਾਲ ਧਾਰਮਿਕ ਸ਼ੁੱਧੀਕਰਨ ਕਰਨ ਦੇ ਬਾਰੇ ਬਹਿਸ ਛਿੜ ਪਈ। ਇਸ ਲਈ ਉਹ ਯਹੂਨਾ ਕੋਲ ਗਏ
ਅਤੇ ਕਹਿਣ ਲੱਗੇ, ਗੁਰੂ ਜੀ, ਉਹ ਆਦਮੀ ਜੋ ਤੁਹਾਡੇ ਨਾਲ ਯਰਦਨ ਦੇ ਪਾਰ ਸੀ, ਜਿਸ ਦੇ ਬਾਰੇ ਤੁਸੀਂ ਗਵਾਹੀ ਵੀ ਦਿੱਤੀ ਸੀ, ਉਹ ਬਪਤਿਸਮਾ ਦੇ ਰਿਹਾ ਹੈ ਅਤੇ ਸਾਰੇ ਲੋਕੀ ਉਸ ਕੋਲ ਜਾ ਰਹੇ ਹਾਂ। ਯੂਹੰਨਾ ਨੇ ਉੱਤਰ ਦਿੱਤਾ, ਜਦੋਂ ਤੱਕ ਕਿਸੇ ਆਦਮੀ ਨੂੰ ਪਰਮੇਸ਼ਰ ਕੁਝ ਨਾ ਦੇਵੇ, ਉਹ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ। ਤੁਸੀਂ ਆਪ ਮੇਰੇ ਗਵਾਹ ਹੋ ਕਿ ਮੈਂ ਕਿਹਾ ਸੀ ਮੈਂ ਮਸੀਹ ਨਹੀਂ ਹਾਂ, ਪਰ ਉਹ ਉਸ ਦੇ ਅੱਗੇ ਘੱਲਿਆ ਗਿਆ ਹਾਂ। ਜਿਸ ਦੀ ਵਹੁਟੀ ਹੈ ਉਹੀ ਲਾੜਾ ਹੈ। ਜੋ ਲਾਗੇ ਖੜਾ ਹੁੰਦਾ ਹੈ ਅਤੇ ਉਸ ਦੀ ਸੁਣਦਾ ਹੈ, ਉਹ ਲਾੜੇ ਦਾ ਮਿੱਤਰ ਹੈ। ਉਹ ਲਾੜੇ ਦੀ ਆਵਾਜ਼ ਨੂੰ ਸੁਣ ਕੇ ਬਹੁਤ ਖੁਸ਼ ਹੁੰਦਾ ਹੈ। ਮੇਰੀ ਇਹ ਖੁਸ਼ੀ ਪੂਰੀ ਹੋ ਗਈ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਉਹ ਵਧੇ ਅਤੇ ਮੈਂ ਘਟਾਂ। ਉਹ ਵਧੇ ਤੇ ਮੈਂ ਘਟਾਂ। ਇੱਥੇ ਸਾਨੂੰ ਉਸਨੇ ਇਹ ਦਿਖਾਤਾ ਕਿ ਇਹ ਦੁਲਹਨ ਮੇਰੀ ਨਹੀਂ ਗੀ, ਮੈਂ ਤਾਂ ਉਸਦਾ ਮਿੱਤਰ ਹਾਂ, ਔਰ ਮੈਂ ਤਾਂ ਉਸ ਖੁਸ਼ੀ ਦੇ ਵਿੱਚ ਖੁਸ਼ ਹਾਂ। ਮੈਨੂੰ ਜਿੰਨਾ ਕੰਮ ਦਿੱਤਾ ਗਿਆ ਸੀ ਮੈਂ ਕੀਤਾ, ਹੁਣ ਉਹ ਵਧੇ ਮੈਂ ਘਟਾਂ। ਹੁਣ ਜਿਹੜੀ ਸਭ ਤੋਂ ਪਹਿਲੀ ਚੀਜ਼ ਆਉਣੀ ਸੀ, ਉਹ ਪ੍ਰਭੂ ਯਿਸੂ ਮਸੀਹ ਨੇ ਦੁਲਹਨ ਨੂੰ ਸਵੀਕ੍ਰਿਤੀ ਦੇਣੀ ਸੀ ਕਿ ਤੂੰ ਮੇਰੀ ਆ, ਜਿਸ ਤਰ੍ਹਾਂ ਮੈਂ ਤੈਨੂੰ ਪਿਆਰ ਕਰਦਾ। ਔਰ ਉਹ ਅਸੀਂ ਜਿਸਲੇ 15ਵੇਂ ਭਾਵ ਦੇ ਵਿੱਚ ਆਉਂਦੇ ਹਾਂ, ਇਸੇ ਯਹੋਨਾ ਦੇ, ਅਸੀਂ ਉਹਦੀ 9 ਤੋਂ 17 ਆਇਤ ਜਿਸਲੇ ਦੇਖਦੇ ਹਾਂ, ਉਸ ਦੇ ਵਿੱਚ ਇਹ ਚੀਜ਼ ਬਹੁਤ ਸਾਫ਼ ਹੋ ਕੇ ਆ ਜਾਂਦੀ ਆ। 15ਵਾਂ ਭਾਵ ਔਰ ਉਸਦੀ 9 ਆਇਤ ਤੋਂ ਲੈ ਕੇ 17 ਆਇਤ ਤੱਕ ਦੇਖੋ ਕਿਸ ਤਰ੍ਹਾਂ ਇਸਨੂੰ ਉਸਨੇ ਕਲੀਅਰ ਕੀਤਾ। ਇਸੇ ਦੀ ਪੰਨਾ ਹੈਗਾ 194, ਜਿਸਨੂੰ ਮਿਲ ਜਾਏ ਉਹ ਪੜ੍ਹ। ਮੈਂ ਪੜ੍ਹ ਦੇਣਾ ਪਾਸਟਰ ਜੀ। ਉਹ ਹੈ ਮੇਰਾ ਵੀਰ। 9 ਆਇਤ ਤੋਂ ਲੈ ਕੇ 17 ਤੱਕ। ਹਾਂਜੀ। ਜਿਸ ਤਰ੍ਹਾਂ ਮੇਰੇ ਪਿਤਾ ਨੇ ਮੈਨੂੰ ਪਿਆਰ ਕੀਤਾ ਹੈ, ਉਸੇ ਤਰ੍ਹਾਂ ਮੈਂ ਵੀ ਤੁਹਾਨੂੰ ਪਿਆਰ ਕੀਤਾ ਹੈ। ਮੇਰੇ ਪਿਆਰ ਵਿੱਚ ਬਣੇ ਰਹੋ। ਜੇਕਰ ਤੁਸੀਂ ਮੇਰੀਆਂ ਆਗਿਆਵਾਂ ਨੂੰ ਮੰਨੋਗੇ ਤਾਂ ਤੁਸੀਂ ਮੇਰੇ ਪਿਆਰ ਵਿੱਚ ਬਣੇ ਰਹੋਗੇ, ਜਿਸ ਤਰ੍ਹਾਂ ਮੈਂ ਆਪਣੇ ਪਿਤਾ ਦੀਆਂ ਆਗਿਆਵਾਂ ਨੂੰ ਮੰਨਦਾ ਹਾਂ ਅਤੇ ਉਸ ਦੇ ਪਿਆਰ ਵਿੱਚ ਰਹਿੰਦਾ ਹਾਂ। ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਕਹੀਆਂ ਹਨ ਕਿ ਮੇਰਾ ਆਨੰਦ ਤੁਹਾਡੇ ਵਿੱਚ ਹੋਵੇ ਅਤੇ ਤੁਹਾਡਾ ਆਨੰਦ ਭਰਪੂਰਨ ਹੋਵੇ। ਮੇਰੀ ਆਗਿਆ ਇਹ ਹੈ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ, ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਕੀਤਾ ਹੈ। ਇਸ ਤੋਂ ਵੱਧ ਕੇ ਕਿਸੇ ਦਾ ਵੱਡਾ ਪਿਆਰ ਨਹੀਂ ਹੈ ਕਿ ਕੋਈ ਆਪਣੇ ਮਿੱਤਰਾਂ ਦੇ ਲਈ ਆਪਣਾ ਜੀਵਨ ਦੇ ਦੇਵੇ। ਤੁਸੀਂ ਮੇਰੇ ਮਿੱਤਰ ਠਹਿਰੋਗੇ ਜੇਕਰ ਤੁਸੀਂ ਉਹੀ ਕਰੋ ਜੋ ਮੈਂ ਆਗਿਆ ਦਿੰਦਾ ਹਾਂ। ਅੱਗੇ ਤੋਂ ਮੈਂ ਤੁਹਾਨੂੰ ਨੌਕਰ ਨਹੀਂ ਕਹਾਂਗਾ, ਕਿਉਂਕਿ ਨੌਕਰ ਨਹੀਂ ਜਾਣਦਾ ਕਿ ਉਸ ਦਾ ਮਾਲਕ ਕੀ ਕਰਦਾ ਹੈ। ਮੈਂ ਤੁਹਾਨੂੰ ਮਿੱਤਰ ਕਿਹਾ ਹੈ, ਕਿਉਂਕਿ ਜੋ ਕੁਝ ਮੈਂ ਆਪਣੇ ਪਿਤਾ ਕੋਲੋਂ ਸੁਣਿਆ ਹੈ ਤੁਹਾਨੂੰ ਦੱਸ ਦਿੱਤਾ ਹੈ। ਤੁਸੀਂ ਮੈਨੂੰ ਨਹੀਂ ਚੁਣਿਆ, ਪਰ ਮੈਂ ਤੁਹਾਨੂੰ ਚੁਣਿਆ ਹੈ ਅਤੇ ਨਿਯੁਕਤ ਕੀਤਾ ਹੈ ਕਿ ਤੁਸੀਂ ਜਾ ਕੇ ਫਲਦਾਰ ਬਣੋ ਅਤੇ ਤੁਹਾਡਾ ਫਲ ਸਥਿਰ ਰਹੇ। ਫਿਰ ਤੁਸੀਂ ਜੋ ਕੁਝ ਮੇਰੇ ਨਾਂ ਉੱਤੇ ਪਿਤਾ ਕੋਲੋਂ ਮੰਗੋ, ਉਹ ਤੁਹਾਨੂੰ ਦੇਵੇਗਾ। ਇਹ ਆਗਿਆਵਾਂ ਮੈਂ ਇਸ ਲਈ ਦਿੱਤੀਆਂ ਹਨ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ। ਹੁਣ ਅਸੀਂ ਇਸ ਨੂੰ ਦੂਸਰੇ ਐਂਗਲ ਦੇ ਨਾਲ ਦੇਖਾਂਗੇ। ਅੱਗੇ ਅਸੀਂ ਇਸ ਨੂੰ ਇੱਕ ਵੱਖਰੇ ਐਂਗਲ ਦੇ ਨਾਲ ਦੇਖਦੇ ਆਏ ਤੇ ਪ੍ਰਭੂ ਯਿਸੂ ਮਸੀਹ ਨੇ ਇਹ ਦੱਸਿਆ ਕਲੀਸਿਆ ਨੂੰ ਕਿ ਮੈਂ ਤੈਨੂੰ ਪਿਆਰ ਕਰਦਾ। ਦੂਸਰੀ ਜਿਹੜੀ ਇਸ ਦੇ ਵਿੱਚ ਮੇਨ ਚੀਜ਼ ਆਈ ਉਹ ਹੈ ਆਨੰਦ। ਮਿੱਤਰ ਜਿਸ ਲਈ ਇੱਕ ਦੂਸਰੇ ਦੇ ਨਾਲ ਬਹਿੰਦੇ ਆ ਤੇ ਉਹ ਫਨ ਕਰਦੇ, ਉਹ ਫਨ ਹੁੰਦਾ। ਲੇਕਿਨ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਇੱਕ ਆਨੰਦ ਜੋ ਕਿਸੇ ਹੋਰ ਦੇ ਨਾਲ ਨਹੀਂ। ਇੱਕ ਉਹ ਖਾਸ ਇੱਕ ਦਾ ਤੁਸੀਂ ਇਹ ਕਹਿ ਲਓ ਕਿ ਉਹ ਰਿਸ਼ਤੇ ਦੇ ਵਿੱਚ ਇੱਕ ਖਾਸ ਪਿਆਰ। ਔਰ ਪ੍ਰਭੂ ਯਿਸੂ ਮਸੀਹ ਉਸ ਰਿਸ਼ਤੇ ਦੀ ਇੱਥੇ ਗੱਲ ਕਰਦੇ ਪਏ, ਮੇਰਾ ਆਨੰਦ ਤੁਹਾਡੇ ਵਿੱਚ ਹੋਵੇ ਤੇ ਤੁਹਾਡਾ ਆਨੰਦ ਪਰਿਪੂਰਨ ਹੋ ਜਾਏ। ਕਿਉਂਕਿ ਖਾਸ ਕਰਕੇ ਜਿਸ ਵੇਲੇ ਅਸੀਂ ਆਪਣੇ ਈਸਟਰਨ ਕਲਚਰ ਦੇ ਵੱਲ ਦੇਖਦੇ ਹਾਂ ਤੇ ਜਿਹੜੀ ਬੇਟੀ ਹੁੰਦੀ ਆ ਉਹ ਆਪਣਾ ਸਭ ਕੁਝ ਛੱਡ ਦਿੰਦੀ ਹੈ, ਇੱਥੇ ਤੱਕ ਕਿ ਉਸਦਾ ਲਾਸਟ ਨੇਮ ਵੀ ਬਦਲ ਜਾਂਦਾ। ਉਹ ਜਿੱਥੇ ਜਾ ਕੇ ਉਸਦਾ ਘਰ ਬਦਲ ਜਾਂਦਾ। ਔਰ ਉਹਦੀ ਜਿਹੜਾ ਨਜ਼ਰ ਹੁੰਦੀ ਸਾਰੀ ਦੀ ਸਾਰੀ, ਉਹ ਇਹ ਨਹੀਂ ਹੁੰਦੀ ਕਿ ਮੇਰੀ ਸੱਸ ਕੀ ਕਰਦੀ ਪਈ ਆ, ਮੇਰਾ ਸਹੁਰਾ ਕੀ ਕਰਦਾ ਪਿਆ। ਉਹਦੀ ਸਾਰੀ ਨਜ਼ਰ ਆਪਣੇ ਪਤੀ ਤੇ।
ਕੀ ਇਹ ਮੇਰੇ ਬਚਾਓ ਦੇ ਲਈ ਖੜਾ ਹੁੰਦਾ? ਕੀ ਇਹ ਮੇਰੇ ਨਾਲ ਫੇਥਫੁਲ ਹੈ? ਕੀ ਇਹ ਮੇਰਾ ਹੈ? ਸਾਰੀ ਨਜ਼ਰ ਉੱਤੇ ਟਿਕੀ ਔਰ ਉਹ ਜਿਸਲੇ ਇਹਨਾਂ ਚੀਜ਼ਾਂ ਨੂੰ ਪੂਰੀਆਂ ਕਰਦਾ ਤੇ ਉਸ ਦੇ ਕੋਲ ਇੱਕ ਆਨੰਦ ਹੁੰਦਾ ਔਰ ਉਹ ਸਭ ਕੁਝ ਜਿਹੜਾ ਛੱਡ ਕੇ ਆਈ ਆ ਉਸ ਦਾ ਉਹ ਆਨੰਦ ਪੂਰਾ। And that's what is happening here. प्रभु ने एक श्योरिटी ਦਿੱਤੀ दुल्हन कि मैं तेरा और मेरा बाप मैनू प्यार करता और बाप तेनू भी प्यार करता। सो दो स्टेप इत्थे पूरे हो गए। हुण तीसरा स्टेप है जिहड़ा उसनू निशानी दित्ती जाए और वो तुसी मेरे नाल अफसियां दे विच ही वापस आ जाओ। बहुत जगहां ते ओह आयतां हैं, अगर तुसी देखना मंगोगे मैं तुहानू जरूर उन्हां दे नंबर जरूर दे दूंगा, लेकिन असीं क्योंकि अफसियां दी पुस्तक पढ़दे पए हां ते सो आओ असीं इस दी पहला चैप्टर 348 पन्ना उसदी 3 आयत तो लैके 14 आयत तक देखांगे और ਇੱਥੇ ਅਸੀਂ ਉਸ ਨਿਸ਼ਾਨੀ ਨੂੰ ਦੇਖਾਂਗੇ ਜਿਹੜੀ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਦਿੱਤੀ ਔਰ ਕਿਉਂ ਦਿੱਤੀ, ਕਿਸ ਤਰ੍ਹਾਂ ਦਿੱਤੀ, ਕਾਹਦੇ ਲਈ ਦਿੱਤੀ। ਇਹ ਸਾਰਾ ਜਿਹੜਾ ਹੈਗਾ ਇਹ ਉਸ ਨੂੰ ਪੂਰਾ ਕਰੇਗਾ। गो अहेड जिस ਨੂੰ मिल जाए। हाँ हमारे प्रभु यीशु मसीह के परमेश्वर और पिता का धन्यवाद हो कि उसने हमें मसीह के स्वर्गीय स्थानों में सब प्रकार की आत्मिक आशीष दी है। जैसा उसने हमें जगत की उत्पत्ति से पहले उसमें चुन लिया और हम उनके निकट प्रेम में पवित्र और निर्दोष हो और हमारी इच्छा के भले अभिप्राय के अनुसार हमें अपने लिए पहले से ठहराया कि यीशु मसीह के द्वारा हम उसके अपोलक पुत्र हो और कि उसके उस अनुग्रह की महिमा की स्तुति हो और जिसे उसने हमें इस प्रिय में सीत में दिया। हमको उसमें उसके लहू के द्वारा छुटकारा अर्थात अपराधों की क्षमा जिसके ऊपर अनुग्रह के अनु के अनुसार मिला है, जिसे उससे मारने सारे ज्ञान और समझ सहित हम पर बुलायत से किया, क्योंकि उसने अपनी इच्छा का भेद उस भले अभिप्राय के अनुसार हमें बताया, जिससे उसने अपने आप में ठान लिया था कि समयों के पूरे होने का ऐसा प्रबंध हो कि जो कुछ स्वर्ग में है और जो कुछ पृथ्वी पर है सब कुछ वह मसीह में एकत्र रहे, उसी में जिसमें हम भी उसी की मनसा से जो अपनी इच्छा के मत के अनुसार सब कुछ कहता है, जैसे पहले ठहराए जाकर मरीज बने। आमीन। 11 तक क्या ना इसो सिस्टर जी मैं पढ़ देना अगे 2 आयतां होर पढ़नियां मैं पढ़ देना। कहंदा मसीह विच ही असीं भी परमेश्वर दी हर चीज विच काम कर रहे उद्देश के अनुसार चुने गए। चुनाव यही परमेश्वर दी दैनिक योजना अते इच्छा के आधार ते होया है। बाप दी यस ਇਹ ਇਸ ਲਈ ਹੋਇਆ ਕਿ ਅਸੀਂ ਜੋ ਪਹਿਲਾਂ ਹੀ ਮਸੀਹ ਦੀ ਆਸ਼ਾ ਰੱਖੇ ਹੋਏ ਸਾਂ ਉਸ ਦੀ ਮਹਿਮਾ ਅਤੇ ਵਡਿਆਈ ਦਾ ਕਾਰਨ ਬਣੀ। ਇਸ ਤਰ੍ਹਾਂ ਪਿੱਛੋਂ ਤੁਸੀਂ ਵੀ ਮਸੀਹ ਦੇ ਦੁਆਰਾ ਸੱਚ ਦਾ ਸੰਦੇਸ਼ ਸੁਣਿਆ ਅਰਥਾਤ ਆਪਣੀ ਮੁਕਤੀ ਦੇ ਸ਼ੁਭ ਸਮਾਚਾਰ, ਫਿਰ ਤੁਸੀਂ ਮਸੀਹ ਤੇ ਵਿਸ਼ਵਾਸ ਕੀਤਾ ਅਤੇ ਇਹ ਸਿੱਧ ਕੀਤਾ ਕਿ ਤੁਸੀਂ ਵੀ ਉਸ ਦੇ ਹੋ ਅਤੇ ਇਸ ਤਰ੍ਹਾਂ प्रतिज्ञा की हुई पवित्र आत्मा की मोहर भी अपने उत्ते लाई निशानी। ये पवित्र आत्मा ही साडे अगे मिलने वाले विरसे की प्रतिज्ञा है अर्थात उस विच पूर्ण आजादी दी उस दी महिमा अते उस्तति होवे। थोड़ा जिहा मेरे नाल पिछे आ जाओ 5वें पाप दे विच दूसरा कुरिन्थियस 5वां पाप 324 पर 2 Corinthians chapter 5 and
I'm going to read you from verse 1 to 10. ਮਿਲ ਗਿਆ? ਜਿਸ ਨੂੰ ਮਿਲ ਗਿਆ ਪੜ੍ਹ ਦਿਓ। ਅਸੀਂ ਪੜ੍ਹਨਾ ਹੈਗਾ verse 1 ਤੋਂ ਲੈ ਕੇ 10 ਤੱਕ। ਅਸੀਂ ਜਾਣਦੇ ਹਾਂ ਕਿ ਜੇਕਰ ਸਾਡਾ ਇਹ ਧਰਤੀ ਉਤਲਾ ਘਰ ਤੰਬੂ ਦੀ ਤਰ੍ਹਾਂ ਪੁੱਟ ਦਿੱਤਾ ਜਾਵੇਗਾ ਤਾਂ ਪਰਮੇਸ਼ਰ ਸਾਡੇ ਲਈ ਸਵਰਗ ਵਿੱਚ ਇੱਕ ਇਹੋ ਜਿਹਾ ਘਰ ਬਣਾਵੇਗਾ ਜੋ ਅਨੰਤ ਕਾਲ ਤੱਕ ਖੜਾ ਰਹੇਗਾ। ਉਹ ਮਨੁੱਖੀ ਹੱਥਾਂ ਦੁਆਰਾ ਬਣਿਆ ਨਹੀਂ ਹੋਵੇਗਾ। ਇਹ ਸੱਚ ਹੈ ਕਿ ਇੱਥੇ ਰਹਿੰਦਿਆਂ ਹੋਇਆਂ ਅਸੀਂ ਹੌਕੇ ਭਰ ਭਰ ਕੇ ਰੋਂਦੇ ਹਾਂ ਅਤੇ ਆਪਣੇ ਸਵਰਗੀ ਘਰ ਨੂੰ ਕੱਪੜਿਆਂ ਦੀ ਤਰ੍ਹਾਂ ਆਪਣੇ ਉੱਪਰ ਪਹਿਨਣ ਦੀ ਇੱਛਾ ਰੱਖਦੇ ਹਾਂ। ਸਾਨੂੰ ਉਮੀਦ ਹੈ ਕਿ ਇਹ ਪਹਿਨਣ ਤੇ ਅਸੀਂ ਨੰਗੇ ਨਹੀਂ ਰਹਾਂਗੇ। ਜਦੋਂ ਤੱਕ ਅਸੀਂ ਇਸ ਸਰੀਰਕ ਤੰਬੂ ਵਿੱਚ ਰਹਿੰਦੇ ਹਾਂ ਤਾਂ ਅਸੀਂ ਸੱਚਮੁੱਚ ਭਾਰ ਦੇ ਨਾਲ ਕਰਾਹ ਉੱਠਦੇ ਹਾਂ। ਇਸ ਦਾ ਅਰਥ ਇਹ ਨਹੀਂ ਹੈ ਕਿ ਅਸੀਂ ਆਪਣੇ ਮਨੁੱਖੀ ਸਰੀਰ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ, ਸਗੋਂ ਅਸੀਂ ਇਸ ਤੇ ਸਵਰਗੀ ਪਹਿਰਾਵਾ ਪਾਉਣਾ ਚਾਹੁੰਦੇ ਹਾਂ ਕਿ ਇਹ ਮਰਨਹਾਰ ਉਸ ਦੁਆਰਾ ਜੀਵਨ ਵਿੱਚ ਬਦਲ ਜਾਵੇ। ਪਰਮੇਸ਼ਰ ਨੇ ਆਪ ਹੀ ਸਾਨੂੰ ਇਸ ਉਦੇਸ਼ ਦੇ ਲਈ ਪੈਦਾ ਕੀਤਾ ਹੈ। ਉਸ ਨੇ ਸਾਨੂੰ ਪਵਿੱਤਰ ਆਤਮਾ ਦਾ ਦਾਨ ਭਵਿੱਖ ਦੇ ਲਈ ਬਿਆਨੇ ਦੇ ਤੌਰ ਤੇ ਦੇ ਦਿੱਤਾ ਹੈ। ਇਸ ਲਈ ਅਸੀਂ ਹਮੇਸ਼ਾ ਹੌਸਲਾ ਰੱਖਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਜਦੋਂ ਤੱਕ ਅਸੀਂ ਇੱਥੇ ਮਨੁੱਖੀ ਸਰੀਰ ਵਿੱਚ ਹਾਂ ਤਾਂ ਅਸੀਂ ਪ੍ਰਭੂ ਤੋਂ ਦੂਰ ਹਾਂ। ਸਾਡੇ ਜੀਵਨ ਦਾ ਆਧਾਰ ਵਿਸ਼ਵਾਸ ਹੈ, ਨਾ ਕਿ ਦਿਖਾਵਾ। ਅਸੀਂ ਇੰਨਾ ਹੌਸਲਾ ਰੱਖਦੇ ਹਾਂ ਕਿ ਇਸ ਸਰੀਰ ਨੂੰ ਵੀ ਛੱਡ ਕੇ ਪ੍ਰਭੂ ਦੇ ਕੋਲ ਜਾ ਰਹਿਣ ਨੂੰ ਅਧਿਕ ਪਸੰਦ ਕਰਦੇ ਹਾਂ। ਇਸ ਲਈ ਚਾਹੇ ਅਸੀਂ ਇੱਥੇ ਰਹੀਏ ਜਾਂ ਉੱਥੇ, ਅਸੀਂ ਹਰ ਤਰ੍ਹਾਂ ਨਾਲ ਉਸ ਨੂੰ ਖੁਸ਼ ਰੱਖਣ ਦਾ ਚਾਹਵਾਨ ਹਾਂ। ਸਾਡੇ ਸਭ ਦੇ ਲਈ ਮਸੀਹ ਦੀ ਨਿਆਂ ਗੱਦੀ ਦੇ ਸਾਹਮਣੇ ਨਿਆਂ ਦੇ ਲਈ ਖੜਾ ਹੋਣਾ ਜ਼ਰੂਰੀ ਹੈ। ਉੱਥੇ ਹਰ ਕੋਈ ਆਪਣੇ ਧਰਤੀ ਦੇ ਕੀਤੇ ਹਰ ਭਲੇ ਅਤੇ ਬੁਰੇ ਕੰਮ ਦਾ ਫਲ ਪ੍ਰਾਪਤ ਕਰੇਗਾ। ਲੇਕਿਨ ਇਹ ਬੜੀ ਬਰਕਤ ਹੈ ਕਿ ਅਸੀਂ ਮਸੀਹ ਦੀ ਗੱਦੀ ਦੇ ਸਾਹਮਣੇ ਜਾਵਾਂਗੇ। ਉਹ ਵੀ ਅਸੀਂ ਬਾਅਦ ਦੇ ਵਿੱਚ ਦੇਖਾਂਗੇ। ਇਹਦੇ ਤੇ ਇਸ ਨੂੰ ਆਪਾਂ ਇੱਥੇ ਰਹਿਣ ਦਿੰਦੇ। ਲੇਕਿਨ ਜਿਹੜੀ ਚੀਜ਼ ਤੇ ਅਸੀਂ ਧਿਆਨ ਕਰਨਾ ਮੰਗਦੇ ਹਾਂ ਕਿ ਜਦ ਤੱਕ ਅਸੀਂ ਧਰਤੀ ਤੇ ਰਹਿ ਰਹੇ ਹਾਂ, ਅਸੀਂ ਤੰਬੂ ਦੇ ਵਿੱਚ ਰਹਿ ਰਹੇ। ਤੰਬੂ ਦੇ ਵਿੱਚ ਜਿਹਦੇ ਵਿੱਚ ਆਪਣੀਆਂ ਕਮਜ਼ੋਰੀਆਂ। ਲੇਕਿਨ ਪ੍ਰਭੂ ਇਸ ਤੰਬੂ ਨੂੰ ਇੱਕ ਇਮਾਰਤ ਦੇ ਵਿੱਚ ਬਦਲੇਗਾ। ਜਿੱਦਾਂ ਸੁਲੇਮਾਨ ਨੇ ਮੰਦਿਰ ਬਣਾਇਆ ਸੀ, ਉਹ ਨਿਸ਼ਾਨੀਆਂ ਨੂੰ ਲੈ ਕੇ ਉਹ ਜਾ ਰਿਹਾ। ਇਸ ਤੰਬੂ ਦੇ ਵਿੱਚ ਅਸੀਂ ਕਮਜ਼ੋਰ ਹਾਂ, ਪਰ ਪ੍ਰਭੂ ਦੇ ਵਿੱਚ ਅਸੀਂ ਤਗੜੇ ਹੋਵਾਂਗੇ। ਸੋ ਸਾਡੀ ਜਿਹੜੀ ਆਸ ਆ ਉਹ ਮਿਲਣ ਵਾਲੇ ਵਿਰਸੇ ਦੇ ਵੱਲ ਲੱਗੀ ਹੈ। ਲੇਕਿਨ ਉਹਦੀ ਇੱਕ ਨਿਸ਼ਾਨੀ ਸਾਨੂੰ ਦਿੱਤੀ ਗਈ ਹੈ ਕਿ ਉਹ ਸਾਡੀ ਆ, ਔਰ ਉਹ ਨਿਸ਼ਾਨੀ ਪਵਿੱਤਰ ਆਤਮਾ। ਪਵਿੱਤਰ ਆਤਮਾ ਦੀ ਉਹ ਜਿਹੜੀ ਮੁੰਦੀ ਪਹਿਨਾਈ ਗਈ, ਉਹ ਸਾਨੂੰ ਨਿਸ਼ਾਨੀ ਦਿੱਤੀ ਗਈ ਹੈ ਕਿ ਆਉਣ ਵਾਲੇ ਵਿਰਸੇ ਦੀ, ਜਿਹੜਾ ਸਾਡਾ ਧਿਆਨ ਆਉਣ ਵਾਲੇ ਵਿਰਸੇ ਤੇ ਲੱਗਾ ਹੈ। ਜਿਸ ਤਰ੍ਹਾਂ ਕਿ ਇੱਕ ਮੰਗੇਤਰ ਨੂੰ ਜਿਸ ਲਈ ਉਸਦੀ ਮੰਗਣੀ ਹੋ ਜਾਂਦੀ ਹੈ, ਉਹਦਾ ਧਿਆਨ ਆਪਣੇ ਘਰ ਵਾਲਿਆਂ ਵੱਲ ਨਹੀਂ ਹੁੰਦਾ। ਉਹਦਾ ਧਿਆਨ ਜਿਸ ਘਰ ਜੋ ਜਾ ਰਹੀ ਹੈ ਉਹਦੇ ਵੱਲ। ਮੰਮੀ ਡੈਡੀ ਆਪਣੇ ਘਰ ਬਾਰੇ ਕੀ ਕਹਿੰਦੇ ਪਏ ਆ, ਉਹਦੀਆਂ ਚਾਹਤਾਂ ਸਭ ਖਤਮ ਹੋ ਜਾਂਦੀਆਂ। ਪਰ ਦੂਸਰੇ ਪਾਸੇ ਉਸਦਾ ਕੰਨ ਲੱਗਾ ਰਹਿੰਦਾ ਕਿ ਉਧਰੋਂ ਕੋਈ ਖਬਰ ਆਏ, ਉਧਰ ਕੀ ਹੋ ਰਿਹਾ। That's what it is. That's what it is. ਕਿ ਸਾਡੀ ਜਿਹੜੀ ਚਾਹਤ ਆ ਉਹ ਸਾਡਾ ਜਿਹੜਾ ਘਰ ਅਸਲੀ ਆ ਉਹਦੇ ਵੱਲ। ਔਰ ਇੱਥੇ ਸਾਨੂੰ ਇਹ ਦੱਸਿਆ ਗਿਆ ਕਿ ਉਹ ਸਾਡੇ ਲਈ ਘਰ ਬਣਾਏਗਾ। ਔਰ ਪ੍ਰਭੂ ਯਿਸੂ ਮਸੀਹ ਨੇ ਯਹੋਨਾ ਦੇ 14ਵੇਂ ਬਾਬ ਦੇ ਵਿੱਚ ਕਿਹਾ ਹੈ ਕਿ ਮੇਰੇ ਨਾਲ ਦੇਖੋ ਕਿ ਮੈਂ ਤੁਹਾਨੂੰ ਇੱਥੇ ਛੱਡੂੰਗਾ ਨਹੀਂ। 3 ਆਇਤਾਂ ਹੀ ਪੜਾਂਗੇ ਸਿਰਫ ਯਹੋਨਾ ਦੇ 14ਵੇਂ ਬਾਬ ਦੀਆਂ, ਚੈਪਟਰ 14, ਔਰ ਉਸ ਦੀਆਂ 3 ਆਇਤਾਂ ਹੀ ਪੜਾਂਗੇ। ਔਰ ਮੈਂ ਪੜ੍ਹ ਦਿੰਦਾ, ਤੁਹਾਡਾ ਦਿਲ ਨਾ ਘਬਰਾਏ, ਪਰਮੇਸ਼ਰ ਤੇ ਭਰੋਸਾ ਰੱਖੋ, ਮੇਰੇ ਉੱਤੇ ਵੀ। ਮੇਰੇ ਪਿਤਾ ਦੇ ਘਰ ਦੇ ਵਿੱਚ ਬਹੁਤ ਸਾਰੀਆਂ ਰਹਿਣ ਵਾਲੀਆਂ ਥਾਵਾਂ ਹਨ। ਜੇਕਰ ਨਾ ਹੁੰਦੀਆਂ ਤਾਂ ਮੈਂ ਤੁਹਾਨੂੰ ਕਹਿੰਦਾ ਕਿ ਮੈਂ ਤੁਹਾਡੇ ਲਈ ਥਾਂ ਤਿਆਰ ਕਰਨ ਜਾ ਰਿਹਾ ਹਾਂ। ਸੋ ਜੇਕਰ ਮੈਂ ਜਾ ਕੇ ਤੁਹਾਡੇ ਲਈ ਥਾਂ ਤਿਆਰ ਕਰਾਂ, ਫਿਰ ਮੈਂ ਵਾਪਸ ਆਵਾਂਗਾ ਅਤੇ ਤੁਹਾਨੂੰ ਆਪਣੇ ਕੋਲ ਲੈ ਜਾਵਾਂਗਾ, ਤਾਂ ਜੋ ਜਿੱਥੇ ਮੈਂ ਹਾਂ ਤੁਸੀਂ ਵੀ ਹੋ। ਜਿੱਥੇ ਮੈਂ ਹਾਂ ਤੁਸੀਂ ਵੀ ਹੋ। ਅੱਜ ਵੀ ਜਿਸ ਵੇਲੇ ਇੱਕ ਯਹੂਦੀ ਦੀ ਮੰਗਣੀ ਹੁੰਦੀ ਆ ਤੇ ਉਹ ਇਹ ਚੀਜ਼ ਕਹਿੰਦਾ
कि मैं जाके थां ਤਿਆਰ ਕਰਨ ਜਾ ਰਿਹਾ, ਜਿੱਥੇ ਮੈਂ ਉੱਥੇ ਤੂੰ। ਇਹ ਉਹਨਾਂ ਦੀ ਮੰਗਣੀ ਦੀ ਰਸਮ। And that's exactly what ਪ੍ਰਭੂ ਕਹਿ ਰਹੇ। ਸੋ ਹੁਣ ਦੁਲਹਨ ਦੇ ਲਈ ਉਹਨੇ ਥਾਂ ਕਿੱਦਾਂ ਦੀ ਤਿਆਰ ਕੀਤੀ? ਦੁਲਹਨ ਦੇ ਲਈ ਥਾਂ ਕਿੱਦਾਂ ਦੀ ਤਿਆਰ ਕੀਤੀ? ਮੇਰੇ ਨਾਲ ਪ੍ਰਕਾਸ਼ ਦੀ ਪੋਥੀ ਦੇ ਵਿੱਚ ਆ ਜਾਓ। ਪ੍ਰਕਾਸ਼ ਦੀ ਪੋਥੀ ਦੇ ਵਿੱਚ ਅਸੀਂ ਦੇਖਾਂਗੇ ਉਸ ਦਾ 21ਵਾਂ ਭਾਵ। ਉਸ ਦਾ 21ਵਾਂ ਭਾਵ 9 ਆਇਤ ਤੋਂ ਪੜਾਂਗੇ। ਬੜੀ ਬਰਕਤ ਵਾਲੀ ਇਹ ਪੁਸਤਕ ਹੈ। ਅਗਰ ਤੁਹਾਨੂੰ ਸਮਾਂ ਮਿਲੇ ਤਾਂ ਇਸ ਨੂੰ ਜ਼ਰੂਰ ਪੜ੍ਹਿਆ ਕਰੋ। ਔਰ ਇਹ ਤਿਆਰ ਹੋ ਚੁੱਕੀ ਆ, ਲੇਕਿਨ ਯਹੂਨਾ ਨੂੰ ਹੁਣ ਦਿਖਾਈ ਹੈ। ਯਹੂਨਾ ਨੇ ਜਿਸ ਤਰ੍ਹਾਂ ਚੀਜ਼ਾਂ ਦੇਖੀਆਂ ਉਸ ਤਰ੍ਹਾਂ ਲਿਖੀਆਂ। ਸੋ ਉਸਨੇ ਕਿਹਾ ਆ ਤੈਨੂੰ ਇੱਕ ਹੋਰ ਚੀਜ਼ ਦਿਖਾਵਾਂ। ਉਹ ਘਰ ਦਿਖਾਇਆ ਜੋ ਉਸਦੇ ਦੁਲਹਨ ਦੇ ਲਈ ਤਿਆਰ ਕੀਤਾ ਹੈ, ਔਰ ਉਸਨੂੰ ਉਸਦਾ ਨਾਂ ਵੀ ਉਹ ਦੁਲਹਨ ਦੇ ਉੱਤੇ ਹੀ ਆ ਤੈਨੂੰ ਮਸੀਹ ਦੀ ਦੁਲਹਨ ਦਿਖਾ। ਉਹ ਜਗ੍ਹਾ ਦਾ ਨਾਮ ਵੀ 9 ਆਇਤ ਤੋਂ ਲੈ ਕੇ 9 ਆਇਤ ਤੋਂ ਲੈ ਕੇ ਅਸੀਂ 27 ਆਇਤ ਤੱਕ ਪੜਾਂਗੇ। ਕਿੱਦਾਂ ਖੋਲ ਕੇ ਸਾਰੀ ਚੀਜ਼ ਦੱਸੀ ਗਈ ਜੋ ਪ੍ਰਭੂ ਨੇ ਜਗ੍ਹਾ ਤਿਆਰ ਕੀਤੀ, ਜਿਸ ਨੂੰ ਮਿਲ ਪੰਨਾ ਹੈ 490। ਹਾਂਜੀ। ਨਵਾਂ ਯਰੂਸ਼ਲਮ। ਤਦ ਉਹਨਾਂ 7 ਸਵਰਗਦੂਤਾਂ ਵਿੱਚੋਂ ਇੱਕ, ਜਿਨ੍ਹਾਂ ਕੋਲ ਆਖਰੀ 7 ਵਿਪਤਾਵਾਂ ਦੇ ਕਟੋਰੇ ਸਨ, ਮੇਰੇ ਕੋਲ ਆਇਆ ਅਤੇ ਬੋਲਿਆ, ਆ ਮੈਂ ਤੈਨੂੰ ਦੁਲਹਨ ਅਰਥਾਤ ਮੇਮਣੇ ਦੀ ਪਤਨੀ ਦਿਖਾਵਾਂਗਾ। ਉਹ ਮੈਨੂੰ ਆਤਮਾ ਦੀ ਲੀਨਤਾ ਵਿੱਚ ਹੀ ਇੱਕ ਵੱਡੇ ਤੇ ਉੱਚੇ ਪਹਾੜ ਤੇ ਲੈ ਗਿਆ ਅਤੇ ਮੈਨੂੰ ਪਵਿੱਤਰ ਸ਼ਹਿਰ ਯਰੂਸ਼ਲਮ ਨੂੰ ਸਵਰਗ ਤੋਂ ਪਰਮੇਸ਼ਵਰ ਕੋਲੋਂ ਉਤਰਦੇ ਦਿਖਾਇਆ। ਉਹ ਪਰਮੇਸ਼ਵਰ ਦੇ ਤੇਜ ਨਾਲ ਸਜੀ ਹੋਈ ਸੀ। ਉਸਦੀ ਚਮਕ ਕੀਮਤੀ ਪੱਥਰਾਂ ਵਰਗੀ ਅਰਥਾਤ ਪੁਖਰਾਜ ਵਰਗੀ ਸੀ। ਉਸਦੇ ਚਾਰੇ ਪਾਸੇ ਇੱਕ ਵੱਡੀ ਤੇ ਉੱਚੀ ਦੀਵਾਰ ਸੀ, ਜਿਸ ਦੇ ਵਿੱਚ 12 ਦਰਵਾਜ਼ੇ ਸਨ। ਹਰ ਦਰਵਾਜ਼ੇ ਤੇ ਇਜ਼ਰਾਇਲ ਦੇ ਪੁੱਤਰਾਂ ਦੇ 12 ਕਬੀਲਿਆਂ ਦੇ ਨਾਂ ਉਕਰੇ ਹੋਏ ਸਨ ਅਤੇ ਉਹਨਾਂ ਵਿੱਚੋਂ ਹਰ ਇੱਕ ਤੇ ਇੱਕ ਸਵਰਗਦੂਤ ਖੜਾ ਸੀ। ਉਸਦੇ 3 ਦਰਵਾਜ਼ੇ ਪੂਰਬ ਵੱਲ, 3 ਦੱਖਣ ਵੱਲ, 3 ਉੱਤਰ ਵੱਲ ਅਤੇ 3 ਪੱਛਮ ਵੱਲ ਸਨ। ਉਸਦੀ ਦੀਵਾਰ ਦੇ 12 ਨੀਂਹ ਪੱਥਰ ਸਨ, ਜਿਨ੍ਹਾਂ ਉੱਤੇ ਮੇਮਣੇ ਦੇ 12 ਪ੍ਰਮੁੱਖ ਚੇਲਿਆਂ ਦੇ ਨਾਂ ਲਿਖੇ ਹੋਏ ਸਨ। ਸਵਰਗਦੂਤ ਜੋ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਉਸ ਕੋਲ ਸੋਨੇ ਦਾ ਇੱਕ ਮਾਪ ਸ਼ਹਿਰ, ਇਸ ਦੇ ਦਰਵਾਜ਼ਿਆਂ ਅਤੇ ਦੀਵਾਰਾਂ ਨੂੰ ਮਾਪਣ ਲਈ ਸੀ। ਸ਼ਹਿਰ ਚੌਨੁਕੜਾ ਸੀ, ਅਰਥਾਤ ਉਸਦੀ ਲੰਬਾਈ ਅਤੇ ਚੌੜਾਈ ਇੱਕੋ ਜਿਹੀ ਸੀ। ਉਸ ਸ਼ਹਿਰ ਨੂੰ ਉਸਨੇ ਮਾਪਦੰਡ ਨਾਲ ਮਾਪਿਆ ਤਾਂ ਉਹ 2400 ਕਿਲੋਮੀਟਰ ਨਿਕਲਿਆ। ਉਸਦੀ ਚੌੜਾਈ, ਲੰਬਾਈ ਅਤੇ ਉਚਾਈ ਸਭ ਬਰਾਬਰ ਸਨ। ਤਦ ਉਸ ਸਵਰਗਦੂਤ ਨੇ ਉਸੇ ਮਾਪ ਨਾਲ ਉਸਦੀ ਦੀਵਾਰ ਵੀ ਮਾਪੀ ਤਾਂ ਇਹ ਉਸ ਅਨੁਸਾਰ 60 ਮੀਟਰ ਉੱਚੀ ਨਿਕਲੀ, ਜੋ ਸਮੇਂ ਦੇ ਮਾਪ ਅਨੁਸਾਰ ਸੀ। ਉਹ ਦੀਵਾਰ ਹਰੇ ਲਾਲ ਰੰਗ ਦੇ ਪੱਥਰਾਂ ਨਾਲ ਬਣੀ ਹੋਈ ਸੀ ਅਤੇ ਸ਼ਹਿਰ ਸ਼ੀਸ਼ੇ ਵਰਗੇ ਸਾਫ਼ ਸ਼ੁੱਧ ਸੋਨੇ ਦਾ ਸੀ। ਸ਼ਹਿਰ ਦੀਆਂ ਨੀਹਾਂ ਹਰ ਤਰ੍ਹਾਂ ਦੇ ਕੀਮਤੀ ਪੱਥਰਾਂ ਨਾਲ ਸਜੀਆਂ ਹੋਈਆਂ ਸਨ। ਪਹਿਲੀ ਹਰੇ ਰੰਗ ਦੇ ਹੀਰੇ ਨਾਲ, ਦੂਜੀ ਨੀਲਮ ਨਾਲ, ਤੀਜੀ ਦੁੱਧ ਰੰਗੇ ਅਕੀਕ ਨਾਲ, ਚੌਥੀ ਪੰਨੇ ਨਾਲ, 5ਵੀਂ ਸੁਲੇਮਾਨੀ ਨਾਲ, 6ਵੀਂ ਲਾਲ ਅਕੀਕ ਨਾਲ, 7ਵੀਂ ਸਬਜ਼ਾ ਨਾਲ, 8ਵੀਂ ਜ਼ਮੂਰਤ ਨਾਲ, 9ਵੀਂ ਗੁਰ ਰਤਨ ਨਾਲ, 10ਵੀਂ ਹਰੇ ਅਕੀਕ ਨਾਲ, 11ਵੀਂ ਫਰੋਜ਼ੇ ਨਾਲ ਅਤੇ 12ਵੀਂ ਨੀਲ ਮਣੀ ਨਾਲ ਸਜੀ ਹੋਈ ਸੀ। 12 ਦੇ 12 ਦਰਵਾਜ਼ੇ 12 ਮੋਤੀਆਂ ਦੇ ਬਣੇ ਹੋਏ ਸਨ, ਅਰਥਾਤ ਇੱਕ ਦਰਵਾਜ਼ਾ ਇੱਕ ਮੋਤੀ ਦਾ ਸੀ। ਸ਼ਹਿਰ ਦਾ ਚੌਂਕ ਖਾਲਸ ਸੋਨੇ ਦਾ ਬਣਿਆ ਹੋਇਆ ਸੀ, ਜੋ ਉਸ ਸਾਫ਼ ਸ਼ੀਸ਼ੇ ਵਾਂਗ ਸੀ, ਜਿਸ ਦੇ ਆਰ-ਪਾਰ ਦੇਖਿਆ ਜਾ ਸਕਦਾ ਸੀ। ਮੈਨੂੰ ਸ਼ਹਿਰ ਵਿੱਚ ਕੋਈ ਮੰਦਿਰ ਦਿਖਾਈ ਨਾ ਦਿੱਤਾ, ਕਿਉਂਕਿ ਸਰਵ ਸ਼ਕਤੀਮਾਨ ਪ੍ਰਭੂ ਪਰਮੇਸ਼ਵਰ ਅਤੇ ਮੇਮਣਾ ਆਪ ਉਸ ਦਾ ਮੰਦਿਰ ਸਨ। ਸ਼ਹਿਰ ਤੋਂ ਸੂਰਜ ਜਾਂ ਚੰਨ ਦੀ ਵੀ ਕੋਈ ਲੋੜ ਨਹੀਂ ਸੀ, ਕਿਉਂਕਿ ਪਰਮੇਸ਼ਵਰ ਦੇ ਤੇਜ ਨੇ ਉਸ ਨੂੰ ਚਾਨਣ ਦਿੱਤਾ ਸੀ ਅਤੇ ਮੇਮਣਾ ਆਪ ਉਸ ਦਾ ਦੀਪਕ ਸੀ। ਸਭ ਕੌਮਾਂ ਇਸ ਦੇ ਚਾਨਣ ਵਿੱਚ ਚੱਲਣਗੀਆਂ ਤੇ ਧਰਤੀ ਦੇ ਰਾਜਾ ਆਪਣੀਆਂ ਸਭ ਮਾਣ ਵਾਲੀਆਂ ਚੀਜ਼ਾਂ ਇਸ ਵਿੱਚ ਲੈ ਕੇ ਆਉਣਗੇ। ਉਸ ਦੇ ਦਰਵਾਜ਼ੇ ਦਿਨ ਦੇ ਸਮੇਂ ਕਦੇ ਵੀ ਬੰਦ ਨਹੀਂ ਕੀਤੇ ਜਾਣਗੇ ਅਤੇ ਉਸ ਵਿੱਚ ਰਾਤ ਨਾਂ ਦੀ ਕੋਈ ਚੀਜ਼ ਨਹੀਂ ਹੋਵੇਗੀ। ਸਭ ਕੌਮਾਂ ਦੀਆਂ ਮਾਣ ਅਤੇ ਵਡਿਆਈ ਵਾਲੀਆਂ ਚੀਜ਼ਾਂ ਉਸ ਵਿੱਚ ਲਿਆਂਦੀਆਂ ਜਾਣਗੀਆਂ। ਉਸ ਦੇ ਅੰਦਰ ਕੋਈ ਵੀ ਭ੍ਰਸ਼ਟ ਚੀਜ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਨਾ ਹੀ ਉਹਨਾਂ ਨੂੰ ਜੋ ਘਿਰਣਾ ਜੋ ਕੰਮ ਕਰਦੇ ਹਨ, ਅਰਥਾਤ ਝੂਠਿਆਂ ਨੂੰ ਉਸ ਅੰਦਰ ਆਉਣ ਦਿੱਤਾ ਜਾਵੇਗਾ। ਉਸ ਦੇ ਅੰਦਰ ਕੇਵਲ ਉਹੀ ਆਉਣਗੇ ਜਿਨ੍ਹਾਂ ਦੇ ਨਾਂ ਮੇਮਣੇ ਦੀ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਹਨ। ਪ੍ਰਭੂ ਨੇ
72 ਚੇਲੇ ਕੱਲੇ ਥਾਂ ਥਾਂ ਤੇ ਪ੍ਰਚਾਰ ਕਰਨ ਦੇ ਲਈ ਲੂਕਾ ਦੇ ਵਿੱਚ ਉਹ ਗਏ ਔਰ ਜਾके ਉਹਨਾਂ ਨੇ ਪ੍ਰਚਾਰ ਕੀਤਾ ਔਰ ਉਹ ਵਾਪਸ ਆਏ ਔਰ ਉਹ ਬਹੁਤ ਖੁਸ਼ ਸੀ ਕਹਿੰਦੇ ਤੇਰੇ ਨਾਂ ਦੇ ਉੱਤੇ ਭੂਤ ਚੀਕਾਂ ਮਾਰਦੇ ਦੌੜਦੇ ਸੀ, ਤੇਰੇ ਨਾਂ ਦੇ ਉੱਤੇ ਬਿਮਾਰੀਆਂ ਠੀਕ ਹੋਈਆਂ ਔਰ ਤੇਰੇ ਨਾਂ ਦੇ ਉੱਤੇ ਲੋਕਾਂ ਨੂੰ ਚੰਗਿਆਈ ਮਿਲੀ। ਯਿਸੂ ਨੇ ਕਿਹਾ ਮੈਂ ਸ਼ੈਤਾਨ ਨੂੰ ਧਰਤੀ ਤੇ ਬਿਜਲੀ ਦੀ ਤਰ੍ਹਾਂ ਡਿੱਗਦਾ ਦੇਖਿਆ, ਪਰ ਇਸ ਚੀਜ਼ ਦੀ ਖੁਸ਼ੀ ਨਾ ਮਨਾਓ ਕਿ ਤੁਸੀਂ ਆਤਮਾਵਾਂ ਤੁਹਾਡੇ ਨਾਲ ਤੁਹਾਡੇ ਕਹਿਣ ਦੇ ਉੱਤੇ ਚੀਕਾਂ ਮਾਰਦੀਆਂ ਸੀ, ਪਰ ਇਸ ਚੀਜ਼ ਦੀ ਖੁਸ਼ੀ ਮਨਾਓ ਕਿ ਤੁਹਾਡੇ ਨਾਂ ਜੀਵਨ ਦੀ ਪੋਥੀ ਦੇ ਵਿੱਚ ਲਿਖੇ। ਔਰ ਇੱਥੇ ਕੌਣ ਰਹਿਣਗੇ? ਜਿਨ੍ਹਾਂ ਦੇ ਨਾਮ ਜੀਵਨ ਦੀ ਪੋਥੀ ਦੇ ਵਿੱਚ ਲਿਖੇ ਗਏ। ਔਰ ਉਹ ਕੌਣ? ਪ੍ਰਭੂ ਯਿਸੂ ਮਸੀਹ ਦੀ ਦੁਲਹਨ। ਸੋ ਆਪਣੀ ਦੁਲਹਨ ਦੇ ਲਈ ਉਸਨੇ ਇਹ ਸਭ ਕੁਝ ਤਿਆਰ ਕੀਤਾ। ਲੇਕਿਨ ਹੁਣ ਜਿਸ ਸਮੇਂ ਦੇ ਵਿੱਚ ਅਸੀਂ ਰਹਿ ਰਹੇ ਹਾਂ, ਇਹ ਹੈ ਦੁਲਹਨ ਦੀ ਤਿਆਰੀ। ਕਿ ਪ੍ਰਭੂ ਦੁਲਹਨ ਦੀ ਤਿਆਰੀ ਕਿਸ ਤਰ੍ਹਾਂ ਕਰੇਗਾ। ਉਹ ਜਿਹੜਾ ਅਸੀਂ ਪਿੱਛੇ ਪੜ੍ਹ ਕੇ ਹਟੇ ਸੀ, ਕੰਮਾਂ ਦੀ ਗੱਲ ਹੋ ਰਹੀ ਸੀ, ਸਾਰੇ ਭਲੇ ਕੰਮ, ਉੱਥੇ ਫੈਸਲਾ ਹੋਏਗਾ, ਉਹ ਚੀਜ਼ਾਂ ਹੁਣ ਅਸੀਂ ਉਹਨਾਂ ਨੂੰ ਦੇਖਣਾ ਔਰ ਉਹਨਾਂ ਦੇ ਉੱਤੇ ਅਸੀਂ ਥੋੜਾ ਜਿਹਾ ਧਿਆਨ ਅੱਜ ਲਿਆਵਾਂਗੇ, ਥੋੜਾ ਜਿਹਾ ਧਿਆਨ ਅਸੀਂ ਕੱਲ ਨੂੰ ਲੈ ਕੇ ਆਵਾਂਗੇ। ਸੋ ਅੱਜ ਅਸੀਂ ਜਿੱਥੋਂ ਸ਼ੁਰੂ ਕਰਨ ਜਾ ਰਹੇ ਹਾਂ, ਉਹ ਇਹ ਪ੍ਰਭੂ ਦਾ ਇੱਕ ਪਿਆਰ ਦੇਖਾਂਗੇ ਕਿ ਕਿਸ ਤਰ੍ਹਾਂ ਪ੍ਰਭੂ ਕੰਮ ਕਰਦਾ ਔਰ ਸਾਡੀ ਹਾਲਤ ਕੀ ਆ। ਅਸਲ ਦੇ ਵਿੱਚ ਸਾਡੀ ਆਪਣੀ ਹਾਲਤ ਕਿੱਦਾਂ ਦੀ ਆ ਔਰ ਪ੍ਰਭੂ ਦਾ ਪਿਆਰ ਕਿੱਦਾਂ, ਉਹ ਕਿੱਦਾਂ ਦੇ ਲੋਕਾਂ ਨੂੰ ਆਪਣੇ ਲਈ ਤਿਆਰ ਕਰਦਾ ਪਿਆ, ਕਿਉਂਕਿ ਉਹ ਸਾਡੀ ਹਰ ਇੱਕ ਚੀਜ਼ ਨੂੰ ਜਾਣਦਾ। ਅਸੀਂ ਕੱਲ ਪਰਸੋਂ ਜ਼ਬੂਰਾਂ ਦੇ ਵਿੱਚ ਪੜ੍ਹਿਆ ਸੀ, ਕਹਿੰਦਾ ਮਨੁੱਖ ਹੈ ਕਿ ਕਾਂਬਾਂ ਅੱਜ ਇੱਥੇ ਹੈਗਾ, ਕੱਲ ਨੂੰ ਉੜ ਜਾਣਾ, ਸੁੱਕ ਜਾਣਾ, ਕੱਲ ਨੂੰ ਉੜ ਜਾਣਾ। ਲੇਕਿਨ ਫਿਰ ਵੀ ਸਰਵਸ਼ਕਤੀਮਾਨ ਇਸ ਨੂੰ ਪਿਆਰ ਕਰਦਾ। ਔਰ ਇਸ ਚੀਜ਼ ਨੂੰ ਦੇਖਾਂਗੇ ਔਰ ਅੱਜ ਅਸੀਂ ਇੱਕ ਉਦਾਹਰਨ ਦੇਖਾਂਗੇ। ਕੱਲ ਨੂੰ ਅਸੀਂ ਉਸ ਉਦਾਹਰਨ ਦੇ ਉੱਤੇ ਪ੍ਰਭੂ ਯਿਸੂ ਨੇ ਕਿੱਦਾਂ ਕੰਮ ਕੀਤਾ ਔਰ ਕਿੱਦਾਂ ਕੰਮ ਕਰਨ ਦੇ ਲਈ ਕਿਹਾ, ਔਰ ਅਸੀਂ ਜਿਹੜੇ ਬਾਕੀ ਦੇ ਹਿੱਸੇ ਆ, ਕੰਪਲੀਟ ਹੁੰਦੇ ਹਿੱਸੇ ਦੇਖਾਂਗੇ। ਸੋ ਆਓ ਅਸੀਂ ਆਪਣੇ ਪ੍ਰਭੂ ਦਾ ਜਿਹੜਾ ਪਿਆਰ ਦੇਖਦੇ ਪਏ ਹਾਂ। ਅਸੀਂ ਹੁਣ ਜਾਵਾਂਗੇ ਹੋਸ਼ਿਆ ਨਬੀ ਦੇ ਵਿੱਚ। ਹੋਸ਼ਿਆ ਨਬੀ ਦੇ ਵਿੱਚ ਔਰ 1340 ਪੰਨਾ ਪੁਰਾਣੇ ਨਿਯਮ ਦਾ। ਚਾਹੇ ਨਬੀਆਂ ਨੂੰ ਕਿੱਦਾਂ ਦੀਆਂ ਚੀਜ਼ਾਂ ਦੇ ਵਿੱਚ ਦੀ ਪ੍ਰਭੂ ਨੇ ਕੱਢਿਆ। ਦਾਨੀਅਲ ਤੋਂ ਬਾਅਦ ਆਓ, ਆਫਟਰ ਡੈਨੀਅਲ ਹੋਸ਼ਿਆ ਦੀ ਪੋਥੀ ਸ਼ੁਰੂ ਹੁੰਦੀ ਔਰ ਇਜ਼ਰਾਈਲ ਦੀ ਹਾਲਤ ਨੂੰ ਦੇਖਦਿਆਂ ਹੋਇਆਂ ਪ੍ਰਭੂ ਨੇ ਇਹ ਪੋਥੀ ਆਪਣੇ ਬੰਦੇ ਨੂੰ ਦਿੱਤੀ ਔਰ ਉਸਦੀ ਜ਼ਿੰਦਗੀ ਨੂੰ, ਕਈ ਵਾਰੀ ਨਬੀਆਂ ਨੂੰ ਵੀ ਉਸ ਅੱਗ ਦੇ ਵਿੱਚ ਹੀ ਲੰਘਣਾ ਪੈਂਦਾ। ਇੱਕ ਅੱਗ ਦੇ ਵਿੱਚ ਵੀ ਉਸਨੇ ਆਪਣੇ ਨਬੀ ਨੂੰ ਲਗਾਇਆ ਤਾਂ ਕਿ ਉਹ ਮਹਿਸੂਸ ਕਰ ਸਕੇ ਕਿ ਜਿਹੜਾ ਧੋਖੇਬਾਜ਼ ਜ਼ਿੰਦਗੀ ਦਾ ਪਾਰਟਨਰ ਹੁੰਦਾ, ਉਸਨੂੰ ਪ੍ਰਭੂ ਕਿੱਦਾਂ ਪਿਆਰ ਕਰਦਾ, ਉਸਨੂੰ ਪ੍ਰਭੂ ਕਿੱਦਾਂ ਬਦਲਦਾ। ਇਹ ਪ੍ਰਭੂ ਦਾ ਕੰਮ। ਇਹ ਇੱਕ ਇੱਥੇ ਇੱਕ ਐਸਾ ਅਸੀਂ ਜ਼ਖਮ ਦੇਖਾਂਗੇ ਜਿਹੜਾ ਸਾਡੇ ਪਿਆਰੇ ਬਾਪ ਦੇ ਦਿਲ ਤੇ ਲੱਗਾ। ਲੇਕਿਨ ਉਹ ਜ਼ਖਮ ਲਾਉਣ ਤੋਂ ਬਾਅਦ ਵੀ ਅਸੀਂ ਉਸਦੇ ਜ਼ਖਮ ਲਾਏ, ਉਸ ਜ਼ਖਮ ਤੋਂ ਲਾਉਣ ਤੋਂ ਬਾਅਦ ਵੀ ਉਸਦਾ ਪਿਆਰ ਦੇਖਾਂ ਵੀ ਕਿਹੜੇ ਪਿਆਰ ਦੇ ਨਾਲ ਉਹ ਮੈਨੂੰ ਤਿਆਰ ਕਰਦਾ ਪਿਆ, ਕਿਹੜੇ ਪਿਆਰ ਦੇ ਨਾਲ ਉਹ ਤਿਆਰ ਕਰਦਾ ਪਿਆ, ਉਸ ਨੂੰ ਦੇਖਾਂਗੇ। ਅੱਛਾ, ਕੋਈ ਜਾਣਾ ਪਹਿਲਾਂ ਇਸ ਦੇ 1 ਆਇਤ ਤੋਂ ਲੈ ਕੇ 9 ਆਇਤ ਤੱਕ। ਜਿਸ ਨੂੰ ਮਿਲ ਜਾਏ 1340 ਪੰਨਾ ਪੁਰਾਣੇ ਨਿਯਮ, ਜ਼ਿਕਰ ਤੋਂ ਬਾਅਦ। ਇਹ ਪ੍ਰਭੂ ਦਾ ਹੋਸ਼ਿਆ ਪ੍ਰਭੂ ਇਹ ਪ੍ਰਭੂ ਦਾ ਸੰਦੇਸ਼ ਹੈ ਜੋ ਬੇਅਰੀ ਦੇ ਪੁੱਤਰ ਹੋਸ਼ਿਆ ਕੋਲ
ਯਹੂਦਾ ਦੇ ਇਹਨਾਂ ਰਾਜਿਆਂ ਦੇ ਰਾਜਕਾਲ ਵਿੱਚ ਆਇਆ ਸੀ। ਉਜ਼ੀਆ, ਯੋਥਾਮ, ਆਹਾਜ਼ ਅਤੇ ਹਿਜ਼ਕੀਆ ਉਸ ਸਮੇਂ ਇਜ਼ਰਾਈਲ ਉੱਤੇ ਯੋਆਸ਼ ਦੇ ਪੁੱਤਰ ਯਾਰੋਬਾਮ ਦਾ ਰਾਜ ਸੀ। ਹੋਸ਼ਿਆ ਦੀ ਪਤਨੀ ਅਤੇ ਬੱਚੇ। ਜਦੋਂ ਪ੍ਰਭੂ ਪਹਿਲੀ ਵਾਰ ਹੋਸ਼ਿਆ ਦੇ ਰਾਹੀਂ ਇਸਰਾਇਲ ਨਾਲ ਬੋਲਿਆ ਤਾਂ ਉਸਨੇ ਕਿਹਾ, ਤੂੰ ਜਾ ਕੇ ਵਿਆਹ ਕਰ, ਪਰ ਤੇਰੀ ਪਤਨੀ ਵੇਸ਼ਵਾਗਰੀ ਕਰੇਗੀ ਅਤੇ ਤੇਰੀ ਸੰਤਾਨ ਵੀ ਉਸ ਤਰ੍ਹਾਂ ਹੀ ਵਿਵਚਾਰੀ ਹੋਵੇਗੀ। ਇਸੇ ਤਰ੍ਹਾਂ ਮੇਰੇ ਲੋਕ ਵੀ ਮੈਨੂੰ ਛੱਡ ਕੇ ਵਿਵਚਾਰ ਕਰਨਗੇ। ਹੋਸ਼ਿਆ ਨੇ ਜਾ ਕੇ ਦਿਬਲਾਇਮ ਦੀ ਪੁੱਤਰੀ ਗੋਮਰ ਨਾਲ ਵਿਆਹ ਕਰ ਲਿਆ। ਤਦ ਉਹਨਾਂ ਦੇ ਪਹਿਲੇ ਪੁੱਤਰ ਦੇ ਜਨਮ ਉੱਤੇ ਪ੍ਰਭੂ ਨੇ ਹੋਸ਼ਿਆ ਨੂੰ ਕਿਹਾ, ਤੂੰ ਆਪਣੇ ਪੁੱਤਰ ਦਾ ਨਾਂ ਯਿਜ਼ਰਾਇਲ ਰੱਖ, ਕਿਉਂਕਿ ਮੈਂ ਛੇਤੀ ਹੀ ਯੇਹੂ ਦੇ ਵੰਸ਼ ਤੋਂ ਉਸ ਦੇ ਯਿਜ਼ਰਾਇਲ ਨਗਰ ਵਿੱਚ ਬਹਾਏ ਲਹੂ ਦਾ ਬਦਲਾ ਲਵਾਂਗਾ। ਮੈਂ ਯੇਹੂ ਦੇ ਵੰਸ਼ ਅਰਥਾਤ ਇਜ਼ਰਾਇਲ ਦੇ ਰਾਜ ਦਾ ਅੰਤ ਕਰ ਦੇਵਾਂਗਾ। ਤਦ ਮੈਂ ਯਿਜ਼ਰਾਇਲ ਦੀ ਵਾਦੀ ਵਿੱਚ ਇਸਰਾਇਲ ਦੀ ਸੈਨਾ ਦਾ ਅੰਤ ਕਰ ਦੇਵਾਂਗਾ। ਤਦ ਗੋਮਰ ਨੇ ਇੱਕ ਪੁੱਤਰੀ ਨੂੰ ਜਨਮ ਦਿੱਤਾ ਅਤੇ ਪ੍ਰਭੂ ਨੇ ਹੋਸ਼ਿਆ ਨੂੰ ਕਿਹਾ, ਤੂੰ ਇਸ ਦਾ ਨਾਂ ਅਪ੍ਰਿਆ ਰੱਖ, ਕਿਉਂਕਿ ਮੈਂ ਅੱਗੇ ਤੋਂ ਇਸਰਾਇਲੀ ਲੋਕਾਂ ਨੂੰ ਨਾ ਪਿਆਰ ਕਰਾਂਗਾ ਅਤੇ ਨਾ ਹੀ ਉਹਨਾਂ ਨੂੰ ਮਾਫ਼ ਕਰਾਂਗਾ, ਪਰ ਮੈਂ ਯਹੂਦਾ ਦੇ ਲੋਕਾਂ ਉੱਤੇ ਆਪਣਾ ਪਿਆਰ ਪ੍ਰਗਟ ਕਰਾਂਗਾ। ਮੈਂ ਪ੍ਰਭੂ ਉਹਨਾਂ ਦਾ ਪਰਮੇਸ਼ਰ ਉਹਨਾਂ ਦਾ ਬਚਾਅ ਕਰਾਂਗਾ, ਪਰ ਮੈਂ ਉਹਨਾਂ ਦਾ ਇਹ ਬਚਾਅ ਕਿਸੇ ਤੀਰ ਕਮਾਨ ਜਾਂ ਤਲਵਾਰ ਜਾਂ ਯੁੱਧ ਜਾਂ ਘੋੜਿਆਂ ਜਾਂ ਘੋੜਸਵਾਰੀ ਨਾਲ ਨਹੀਂ ਕਰਾਂਗਾ। ਜਦੋਂ ਗੋਮਰ ਨੇ ਆਪਣੀ ਪੁੱਤਰੀ ਦਾ ਦੁੱਧ ਛੁਡਾ ਦਿੱਤਾ ਤਾਂ ਉਸਨੇ ਫਿਰ ਗਰਭਵਤੀ ਹੋ ਕੇ ਇੱਕ ਪੁੱਤਰ ਨੂੰ ਜਨਮ ਦਿੱਤਾ। ਤਦ ਪ੍ਰਭੂ ਨੇ ਹੋਸ਼ਿਆ ਨੂੰ ਕਿਹਾ, ਤੂੰ ਇਸ ਦਾ ਨਾਂ ਮੇਰੇ ਲੋਕ ਨਹੀਂ ਹੈ ਰੱਖ, ਕਿਉਂਕਿ ਇਸਰਾਇਲੀ ਲੋਕ ਮੇਰੇ ਲੋਕ ਨਹੀਂ ਰਹੇ ਅਤੇ ਮੈਂ ਉਹਨਾਂ ਦਾ ਪਰਮੇਸ਼ਰ ਨਹੀਂ ਹਾਂ। ਨਹੀਂ, ਸੁਲੇਮਾਨ ਦੇ ਰਾਜ ਤੋਂ ਬਾਅਦ ਰਾਜ ਦੋ ਹਿੱਸਿਆਂ ਦੇ ਵਿੱਚ ਵੰਡ ਹੋ ਗਿਆ ਸੀ। ਔਰ ਪ੍ਰਭੂ ਨੇ ਅਗਰ ਸਾਨੂੰ ਦਿਖਾਇਆ ਸੀ ਸੁਲੇਮਾਨ ਦੀ ਜ਼ਿੰਦਗੀ ਦੇ ਬਾਰੇ ਦੇਖਣਾ, ਕਿਉਂਕਿ ਕਹਾਵਤਾਂ ਦੇ ਬਾਰੇ ਮੰਗਦੀ ਸੀ, ਕਹਾਵਤਾਂ ਦੇ ਬਾਰੇ ਸਿੱਖਿਆ ਜਾਏ, ਤਾਂ ਉਹਦੇ ਲਈ ਸਾਨੂੰ ਸਾਰਾ ਕੁਝ ਜਿਹੜਾ ਹੈਗਾ ਉਹ ਸੁਲੇਮਾਨ ਦੇ ਬਾਰੇ ਸਿੱਖਣਾ ਪੈਣਾ, ਤੇ ਫਿਰ ਕਹਾਵਤਾਂ ਸਾਡੇ ਸਮਝ ਆਉਣੀਆਂ ਕਹਾਵਤਾਂ ਕੀ ਕਹਿੰਦੀ। ਉਸਦੇ ਰਾਜ ਦਾ ਦੋ ਹਿੱਸਿਆਂ ਵਿੱਚ ਵੰਡ ਹੋ ਗਿਆ ਸੀ। ਸੁਲੇਮਾਨ ਦਾ ਰਾਜ ਜਿਹੜਾ ਪੁੱਤਰ ਸੀਗਾ ਉਹ ਬੇਵਕੂਫ ਸੀ, ਔਰ ਉਹ ਜਿਸਲੇ ਗੱਦੀ ਦੇ ਉੱਤੇ ਬੈਠਾ ਤੇ ਉਸਨੇ ਲੋਕਾਂ ਦੇ ਉੱਤੇ ਇੰਨਾ ਜ਼ਿਆਦਾ ਕਰ ਲਾ ਦਿੱਤਾ ਕਿ ਲੋਕਾਂ ਦੇ ਹੋਸ਼ ਉੱਡ ਗਏ। ਉਹ ਕਹਿਣ ਲੱਗੇ ਕਿ ਅਸੀਂ ਇੰਨੇ ਕਰ ਦੇ ਨਾਲ ਨਹੀਂ ਜੀ ਸਕਦੇ, ਤੈਨੂੰ ਕੁਝ ਸੋਚਣਾ ਪੈਣਾ। ਤੇ ਉਸਨੇ ਕਿਹਾ ਕਿ ਮੇਰੇ ਬਾਪ ਦੀ ਜਿੱਡੀ ਚੀਚੀ ਸੀ ਨਾ, ਉਹਨੇ ਤਾਂ ਚੀਚੀ ਦੇ ਨਾਲ ਤੁਹਾਡੇ ਉੱਤੇ ਭਾਰ ਪਾਇਆ, ਤੇ ਮੈਂ ਗੋਡੇ ਦੇ ਨਾਲ ਹੁਣ ਪਾਉਂਗਾ। ਉਹਨਾਂ ਨੇ ਕਿਹਾ ਫਿਰ ਕੋਈ ਨਹੀਂ। ਉਹਨਾਂ ਨੇ ਬਗਾਵਤ ਕਰਤੀ। ਬਗਾਵਤ ਦੇ ਵਿੱਚ ਦੋ ਰਾਜ ਬਣ ਗਏ, ਇੱਕ ਦੇ ਦੋ ਰਾਜ ਬਣ ਗਏ। ਜਿੱਦਾਂ ਇੰਡੀਆ ਤੇ ਪਾਕਿਸਤਾਨ ਨਹੀਂ ਬਣ ਗਿਆ, ਏਦਾਂ ਹੋ ਗਿਆ, ਦੋ ਰਾਜ ਬਣ ਗਏ। ਇੱਕ ਜਿਹੜਾ ਸੀਗਾ ਉਸਨੂੰ ਯਹੂਦਾ ਕਿਹਾ ਜਾਂਦਾ, ਜਿਹਦੇ ਵਿੱਚ ਪ੍ਰਭੂ ਯਿਸੂ ਮਸੀਹ ਆਏ। ਉਹਦੇ ਵਿੱਚ 2.5 ਕਬੀਲੇ ਸੀ। ਉਹਦੇ ਵਿੱਚ ਬੇਸਿਕਲੀ ਜਿਸ ਸ਼ੁਰੂਆਤ ਦੇ ਵਿੱਚ 2.5 ਸੀਗੇ। ਅੱਧਾ ਲੇਵੀ ਦਾ ਖਾਨਦਾਨ ਸੀ, ਬਿਨਯਾਮੀਨ ਦਾ ਸਾਰਾ ਖਾਨਦਾਨ ਸੀ, ਔਰ ਯਹੂਦਾ ਦਾ ਖਾਨਦਾਨ ਸੀ। ਬਾਕੀ ਜਿਹੜੇ ਸੀਗੇ ਉਹ 9.5 ਦੂਜੇ ਪਾਸੇ ਚਲੇ ਗਏ। ਉਹਨਾਂ ਨੇ ਆਪਣਾ ਰਾਜ ਵੱਖਰਾ ਬਣਾ ਲਿਆ। ਉਹ ਆਪਣੇ ਰਾਜ ਨੂੰ ਇਜ਼ਰਾਈਲ ਕਹਿੰਦੇ ਸੀ, ਇਹ ਆਪਣੇ ਰਾਜ ਨੂੰ ਯਹੂਦਾ ਕਹਿੰਦੇ ਸੀ, ਜੂਡੀਆ ਕਹਿੰਦੇ ਸੀ। ਜੂਡੀਆ ਤੇ ਇਜ਼ਰਾਈਲ ਦੋ ਬਣ ਗਏ। ਇਜ਼ਰਾਈਲ ਦੇ ਉੱਤੇ ਉਹਨਾਂ ਨੇ ਦੇਖ ਲਿਆ ਕਿ ਇਹ ਜੇ ਸਾਡੇ ਲੋਕ ਯਹੂਦਾ ਦੇ ਮੰਦਿਰ ਦੇ ਵਿੱਚ ਜਾ ਕੇ ਪੂਜਾ ਕਰਦੇ ਰਹੇ ਤਾਂ ਇਹਨਾਂ ਨੇ ਕਹਿਣਾ ਸਾਡਾ ਪ੍ਰਭੂ ਤਾਂ ਇੱਥੇ, ਅਸੀਂ ਵੀ ਇੱਥੇ ਆ ਜਾਣਾ, ਤੇ ਇਹ ਸਾਡਾ ਰਾਜ ਕਦੀ ਬਣਿਆ ਨਹੀਂ ਰਹਿਣਾ। ਸੋ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਆਪਣਾ ਧਰਮ ਸਥਾਨ ਇੱਕ ਵੱਖਰਾ ਬਣਾ ਲਿਆ, ਜਿਹੜਾ ਯਰੂਸ਼ਲਮ ਦੇ ਬਰਾਬਰ ਉਹਨਾਂ ਨੇ ਬਣਾ ਲਿਆ। ਔਰ ਇਸੇ ਕਰਕੇ ਉਸ ਔਰਤ ਨੇ ਕਿਹਾ ਸੀ ਕਿ ਸਾਡੇ ਬਜ਼ੁਰਗ ਕਹਿੰਦੇ ਆ ਕਿ ਸਾਨੂੰ ਜਿਹੜੀ ਪੂਜਾ ਆ ਉਹ ਇਸ ਪਹਾੜ ਤੇ ਕਰਨੀ ਚਾਹੀਦੀ ਆ, ਤੁਹਾਡੇ ਬਜ਼ੁਰਗ ਕਹਿੰਦੇ ਕਿ ਸਾਨੂੰ ਪੂਜਾ ਉਸ ਪਹਾੜ ਤੇ ਕਰਨੀ ਚਾਹੀਦੀ ਹੈ। ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ ਕਿ ਕਿਸੇ ਵੀ ਪਹਾੜ ਦੇ ਉੱਤੇ ਪੂਜਾ ਨਹੀਂ ਹੋਏਗੀ, ਨਾ ਇਸ ਤੇ ਨਾ ਉਸ ਤੇ। ਹੁਣ ਜਿਹੜੀ ਪੂਜਾ ਹੋਏਗੀ ਉਹ ਆਤਮਾ ਤੇ ਦਿਲ ਦੇ ਵਿੱਚ ਹੋਏਗੀ, ਕਿਉਂਕਿ ਮੈਂ ਹੁਣ ਇਨਸਾਨ ਨੂੰ ਆਪਣਾ ਮੰਦਿਰ ਬਣਾਉਂਗਾ, ਪਰ ਉਹਦੇ ਦਿਲ ਨੂੰ ਆਪਣੇ ਪੂਜਾ ਸਥਾਨ ਉੱਥੇ ਹੋਏਗੀ। ਸੋ ਇਜ਼ਰਾਈਲ ਜਿਹੜਾ ਸੀਗਾ ਇਹ ਬਹੁਤ ਪਹਿਲਾਂ ਹੀ ਖਤਮ ਹੋ ਗਿਆ ਸੀ। ਇਹਦੇ ਵਿੱਚ ਰਾਜੇ ਆਏ, ਰਾਜਿਆਂ ਨੇ ਰਾਜਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਕਿ ਬਹੁਤ ਜਲਦੀ ਖਤਮ ਹੋ ਗਿਆ। ਔਰ ਇਸ ਕਰਕੇ ਇਹ ਜਿਹੜਾ ਨਬੀ ਪੈਦਾ ਹੋਇਆ ਸੀ
ਇਹ ਉਸ ਅੱਧੇ ਪਾਸੇ ਵੱਲ ਪੈਦਾ ਹੋਇਆ ਸੀ ਜਿਸ ਨੂੰ ਉਹ ਇਜ਼ਰਾਈਲ ਕਹਿੰਦਾ ਸੀ। ਲੇਕਿਨ ਪ੍ਰਭੂ ਨੇ ਉਸ ਨੂੰ ਛੱਡਿਆ ਨਹੀਂ, ਉਸ ਨੂੰ ਛੱਡਿਆ ਨਹੀਂ। ਉਸਨੇ ਉਹਦਾ ਨਾਮ, ਉਸਦਾ ਇਸ ਨਬੀ ਨੂੰ ਕਿਹਾ ਕਿ ਜਾ ਕੇ ਗੋਮਰ ਦੇ ਨਾਲ ਤੂੰ ਪਿਆਰ ਕਰ, ਔਰ ਉਹ ਵੇਸ਼ਵਾਗਰੀ ਕਰੇਗੀ, ਔਰ ਫਿਰ ਤੈਨੂੰ ਪਤਾ ਲੱਗੇਗਾ ਕਿ ਮੇਰੇ ਦਿਲ ਤੇ ਕੀ ਗੁਜ਼ਰਦੀ ਪਈ। ਸੋ ਨਬੀ ਨੇ ਉਸੇ ਤਰ੍ਹਾਂ ਹੀ ਕੀਤਾ, ਔਰ ਉਹਨੇ ਜਿੱਦਾਂ ਪ੍ਰਭੂ ਨੇ ਕਿਹਾ ਸੀ ਉਸ ਔਰਤ ਨੂੰ ਉਹ ਕੰਮ ਕੀਤਾ, ਔਰ ਬੱਚੇ ਪੈਦਾ ਹੋਏ। ਲੇਕਿਨ ਹਰ ਇੱਕ ਬੱਚੇ ਦਾ ਜਿਹੜਾ ਨਾਂ ਸੀਗਾ ਉਹ ਇੱਕ ਤਰ੍ਹਾਂ ਦਾ ਇੱਕ ਅੰਤ ਦੇ ਬਾਰੇ ਲਿਖਿਆ ਗਿਆ ਸੀ ਕਿ ਇਜ਼ਰਾਈਲ ਦਾ ਅੰਤ ਕਿਸ ਤਰ੍ਹਾਂ ਹੋਏਗਾ। 10 ਤੋਂ ਲੈ ਕੇ ਅਸੀਂ ਅਗਲੀਆਂ ਆਇਤਾਂ ਦੇਖਾਂਗੇ। ਕਹਿੰਦਾ ਫਿਰ ਵੀ ਇੱਕ ਸਮਾਂ ਆਵੇਗਾ ਜਦੋਂ ਇਜ਼ਰਾਈਲ ਦੇ ਲੋਕਾਂ ਦੀ ਗਿਣਤੀ ਸਾਗਰ ਦੇ ਕੰਢੇ ਤੇ ਪਈ ਰੇਤ ਜਿੰਨੀ ਹੋ ਜਾਵੇਗੀ, ਜਿਸ ਨੂੰ ਨਾ ਗਿਣਿਆ ਜਾਵੇਗਾ ਨਾ ਮਿਣਿਆ ਜਾ ਸਕੇਗਾ। ਹੁਣ ਪਰਮੇਸ਼ਰ ਉਹਨਾਂ ਨੂੰ ਕਹਿ ਰਿਹਾ ਹੈ, ਤੁਸੀਂ ਮੇਰੇ ਲੋਕ ਨਹੀਂ ਹੋ, ਪਰ ਉਸ ਸਮੇਂ ਕਹੇਗਾ ਤੁਸੀਂ ਜਿਉਂਦੇ ਪਰਮੇਸ਼ਰ ਦੀ ਸੰਤਾਨ। ਇਸ ਤਰ੍ਹਾਂ ਤਦ ਯਹੂਦਾ ਅਤੇ ਇਜ਼ਰਾਈਲ ਦੇ ਲੋਕ ਫਿਰ ਇਕੱਠੇ ਹੋ ਜਾਣਗੇ ਅਤੇ ਉਹ ਆਪਣੇ ਲਈ ਇੱਕ ਆਗੂ ਚੁਣਨਗੇ ਅਤੇ ਇੱਕ ਵਾਰ ਫਿਰ ਵਧਣ ਫੁੱਲਣਗੇ। ਇਸ ਤਰ੍ਹਾਂ ਇਜ਼ਰਾਈਲ ਦਾ ਦਿਨ ਇੱਕ ਵਾਰ ਫਿਰ ਮਹਾਨ ਹੋਵੇਗਾ। ਲੇਕਿਨ ਅਗਲੀਆਂ ਚੈਪਟਰਾਂ ਦੇ ਵਿੱਚ ਅਗਰ ਅਸੀਂ ਇਸ ਨੂੰ ਪੜ੍ਹਦੇ ਹਾਂ ਤਾਂ ਉਸ ਔਰਤ ਨੇ ਉਹ ਕੰਮ ਕਰਨਾ ਛੱਡਿਆ ਨਹੀਂ, ਔਰ ਇੱਕ ਸਮਾਂ ਐਸਾ ਆ ਗਿਆ ਕਿ ਉਹ ਉਹਨਾਂ ਜਿਨ੍ਹਾਂ ਦੇ ਨਾਲ ਉਹ ਵਿਚਾਰ ਕਰਦੀ ਸੀ ਉਹਨਾਂ ਦੇ ਕਬਜ਼ੇ ਦੇ ਵਿੱਚ ਆ ਗਏ। ਔਰ ਤੀਸਰੇ ਚੈਪਟਰ ਦੇ ਵਿੱਚ ਪ੍ਰਭੂ ਨੇ ਕਿਹਾ ਕਿ ਜਾ ਕੇ ਉਹਨੂੰ ਵਾਪਸ ਖਰੀਦ ਕੇ ਲੈ ਕੇ ਆ। ਤੀਸਰਾ ਚੈਪਟਰ ਛੋਟਾ ਜਿਹਾ ਆ, ਉਸ ਨੂੰ ਦੇਖਦੇ ਹਾਂ। ਦੂਸਰਾ ਚੈਪਟਰ ਜ਼ਰੂਰ ਪੜ੍ਹਿਓ, ਇਹ 'ਚ ਬਹੁਤ ਬਰਕਤ ਆ, ਜ਼ਰੂਰ ਪੜ੍ਹਿਓ। ਲੇਕਿਨ ਤੀਸਰਾ ਚੈਪਟਰ ਉਸਦੀਆਂ ਸਿਰਫ 5 ਆਇਤਾਂ, ਉਸ ਨੂੰ ਦੇਖੋ, ਕਿਉਂਕਿ ਦੂਸਰੇ ਚੈਪਟਰ 'ਚ ਪ੍ਰਭੂ ਕਹਿ ਰਿਹਾ ਕਿ ਮੈਂ ਉਸ ਤੇ ਦਇਆ, ਮੈਂ ਉਸ ਤੇ ਕਿਰਪਾ ਕਰਾਂਗਾ। ਲੇਕਿਨ ਉਦਾਹਰਨ ਦੇ ਤੌਰ ਤੇ ਉਹ ਨਬੀ ਆ, ਹੁਣ ਉਸਨੇ ਨਬੀ ਨੂੰ ਇੱਕ ਹੁਕਮ ਦੇਣਾ। ਤੀਸਰਾ ਚੈਪਟਰ ਉਸਦੀਆਂ ਸਿਰਫ 5 ਆਇਤਾਂ ਹੋ ਜਾਣਾ ਪੜਦੇ। ਮੈਂ ਪੜ੍ਹ ਦਿੰਦਾ ਪਾਸ਼ਾ ਜੀ। ਮੇਰਾ ਵੀ ਤੇ ਅਵਿਸ਼ਵਾਸੀ ਔਰਤ। ਤਦ ਪ੍ਰਭੂ ਨੇ ਹੋਸ਼ਿਆ ਨੂੰ ਕਿਹਾ, ਤੂੰ ਜਾ ਕੇ ਉਸ ਔਰਤ ਨੂੰ ਪਿਆਰ ਕਰ ਜੋ ਆਪਣੇ ਪ੍ਰੇਮੀ ਨਾਲ ਵਿਚਾਰ ਕਰ ਰਹੀ ਹੈ। ਤੂੰ ਉਸ ਨੂੰ ਉਸੇ ਤਰ੍ਹਾਂ ਪਿਆਰ ਕਰ ਜਿਸ ਤਰ੍ਹਾਂ ਮੈਂ ਵੀ ਅੱਜ ਤੱਕ ਇਜ਼ਰਾਈਲੀ ਲੋਕਾਂ ਨੂੰ ਪਿਆਰ ਕਰ ਰਿਹਾ ਹਾਂ, ਜੋ ਦੂਜਿਆਂ ਦੇਵਤਿਆਂ ਪਿੱਛੇ ਲੱਗਦੇ ਅਤੇ ਮੂਰਤੀਆਂ ਅੱਗੇ ਚੜਾਏ ਗਏ ਕਿਸ਼ਮਿਸ਼ ਨੂੰ ਪਸੰਦ ਕਰਦੇ ਹਨ। ਸੋ ਮੈਂ ਉਸ ਔਰਤ ਨੂੰ 15 ਚਾਂਦੀ ਦੇ ਸਿੱਕਿਆਂ ਤੇ 150 ਕਿੱਲੇ ਜੋ ਦੇ ਕੇ ਖਰੀਦ ਲਿਆ। ਮੈਂ ਉਸ ਨੂੰ ਕਿਹਾ ਕਿ ਉਹ ਲੰਮੇ ਸਮੇਂ ਤੱਕ ਕੇਵਲ ਮੇਰੇ ਨਾਲ ਹੀ ਰਹੇਗੀ, ਮੈਂ ਵੀ ਇਸ ਸਾਰੇ ਸਮੇਂ ਵਿੱਚ ਉਸ ਦੇ ਨਾਲ ਰਹਾਂਗਾ। ਇਸੇ ਤਰ੍ਹਾਂ ਇਜ਼ਰਾਈਲੀ ਲੋਕ ਵੀ ਲੰਮੇ ਸਮੇਂ ਤੱਕ ਰਾਜਾ, ਆਗੂ, ਬਲੀਆਂ, ਪਵਿੱਤਰ ਪੱਥਰ ਦੇ ਥੰਮਾਂ, ਬੁੱਤਾਂ ਅਤੇ ਮੂਰਤੀਆਂ ਦੇ ਬਿਨਾਂ ਰਹਿਣਗੇ। ਪਰ ਉਹ ਸਮਾਂ ਵੀ ਆਵੇਗਾ ਜਦੋਂ ਇਜ਼ਰਾਈਲੀ ਲੋਕ ਇੱਕ ਵਾਰ ਫਿਰ ਪ੍ਰਭੂ ਆਪਣੇ ਪਰਮੇਸ਼ਵਰ ਵੱਲ ਅਤੇ ਦਾਊਦ ਵੰਸ਼ੀ ਰਾਜਾ ਵੱਲ ਮੁੜਨਗੇ। ਤਦ ਉਹ ਪ੍ਰਭੂ ਦਾ ਡਰ ਰੱਖਣਗੇ ਅਤੇ ਉਹ ਉਹਨਾਂ ਤੋਂ ਸਗਾਤਾਂ ਸਵੀਕਾਰ ਕਰੇਗਾ। ਚੌਥੇ ਚੈਪਟਰ ਯਹੂਨਾ ਦੇ ਵਿੱਚ ਕੀ ਹੋਇਆ? ਜਿਹੜੀ ਉਹ ਔਰਤ ਖੂਹ ਤੇ ਬੈਠੀ ਸੀ, ਦੇਖੋ ਹੁਣ ਉਹ ਗੱਲ ਸਮਝ ਆਊਗੀ। ਪ੍ਰਭੂ ਨੇ ਉਸ ਨੂੰ ਕਿਹਾ ਕਿ ਜਾ ਆਪਣੇ ਪਤੀ ਨੂੰ ਬੁਲਾ ਕੇ ਲਿਆ। ਉਹ ਕਹਿੰਦੀ ਮੇਰਾ ਪਤੀ ਹੈ ਨਹੀਂ। ਕਹਿੰਦੇ ਤੂੰ ਠੀਕ ਆ, ਤੂੰ 4 ਕਰ ਚੁੱਕੀ ਆ, 4 ਜਿਹੜੇ ਹੈਗੇ ਆ ਉਹ ਵੀ ਤੇਰੇ ਪਤੀ ਨਹੀਂ, ਹੁਣ ਜਿਹੜਾ 5ਵਾਂ ਹੈ ਉਹ ਵੀ ਧੋਖੇਬਾਜ਼, ਉਹ ਵੀ ਤੇਰਾ ਪਤੀ। ਔਰ ਫਿਰ ਉਸਨੇ ਗੱਲ ਨੂੰ ਬਦਲਿਆ ਔਰ ਫਿਰ ਉਹ ਦੌੜੀ, ਆਪਣਾ ਉੱਥੇ ਹੀ ਭਾਂਡਾ ਛੱਡ ਕੇ ਦੌੜੀ ਔਰ ਸਾਰਿਆਂ ਨੂੰ ਬੁਲਾ ਕੇ ਲੈ ਆਈ। ਸਾਰਾ ਪਿੰਡ ਉੱਥੇ ਇਕੱਠਾ ਹੋ ਗਿਆ ਔਰ ਪ੍ਰਭੂ ਯਿਸੂ ਮਸੀਹ ਉਸ ਪਿੰਡ ਦੇ ਵਿੱਚ ਉਹਨਾਂ ਦੇ ਨਾਲ 3 ਦਿਨ ਰਹੇ ਔਰ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਤੋਂ ਸੁਗਾਤਾਂ ਸਵੀਕਾਰ ਕੀਤੀਆਂ। ਇਹ ਹੈ ਪ੍ਰਭੂ ਦਾ ਪਿਆਰ। ਕੱਲ ਨੂੰ ਅਸੀਂ ਇਸ ਚੀਜ਼ ਨੂੰ ਹੋਰ ਖੋਲ ਕੇ ਦੇਖਾਂਗੇ ਕਿ ਪ੍ਰਭੂ ਹੁਣ ਉਹ ਦੁਲਹਨ ਵਾਲਾ ਪਿਆਰ ਸਾਨੂੰ ਕਿੱਦਾਂ ਕਰਦਾ, ਸਾਨੂੰ ਕਿੱਦਾਂ ਸਾਫ਼ ਕਰਦਾ, ਕਿਹੜੇ ਤਰੀਕੇ ਆ ਜਿਨ੍ਹਾਂ ਦੇ ਨਾਲ ਸਾਫ਼ ਕਰਦਾ। ਅਗਰ ਅਸੀਂ ਉਸ ਤਰੀਕੇ ਨੂੰ ਅਪਣਾ ਲਈਏ ਔਰ ਪ੍ਰਭੂ ਨੂੰ ਕਹੀਏ ਕਿ ਤੂੰ ਅੱਗ ਆ,
ਤੂੰ ਰਿਫਾਈਨਰ। ਰਿਫਾਈਨਰੀ ਹੁੰਦੀ ਹੈ ਜਿੱਥੇ ਜਿਸਲੇ ਸੋਨਾ ਚਾਂਦੀ ਜ਼ਮੀਨ ਦੇ ਵਿੱਚੋਂ ਕੱਢਿਆ ਜਾਂਦਾ ਨਾ, ਤੇ ਉਹਦੇ ਵਿੱਚ 5 ਜਾਂ 10% ਵੀ ਸੋਨਾ ਚਾਂਦੀ ਨਹੀਂ ਹੁੰਦਾ। ਉਸਨੂੰ ਪਾਣੀ ਦੇ ਵਿੱਚ ਦੀ ਕੱਢਿਆ ਜਾਂਦਾ, ਫਿਰ ਉਸਨੂੰ ਉਬਾਲਿਆ ਜਾਂਦਾ, ਔਰ ਉਸ ਅੱਗ ਦੇ ਵਿੱਚ ਉਸਨੂੰ ਸਾਫ਼ ਕੀਤਾ ਜਾਂਦਾ, ਔਰ ਫਿਰ ਉਹ ਗਹਿਣਾ ਬਣ ਕੇ ਨਿਕਲਦਾ। ਉਹਨੂੰ ਰਿਫਾਈਨਰੀ ਕਹਿੰਦੇ। ਉਹ ਰਿਫਾਈਨਰੀ ਉਹਦੇ ਦੋ ਹੀ ਤਰੀਕੇ ਆ, ਆਈਦਰ ਆਸਕ ਫॉर इट, ਉਸ ਤੋਂ ਮੰਗ ਲਓ ਕਿ ਪ੍ਰਭੂ ਥੋੜਾ ਦੇ। ਇਟਸ ਨਾਟ ਗੋਇੰਗ ਟੂ ਬੀ ਈਜ਼ੀ, ਇਟਸ ਟਫ। ਉਹ ਜਿਸ ਲਈ ਉਸਨੇ ਉਹਦੇ ਵਿੱਚੋਂ ਦੀ ਕੱਢ ਕੇ ਲੈ ਕੇ ਜਾਣਾ, ਤੇ ਜਿਹੜੇ ਮਹਿੰਦੀ ਦੇ ਪੱਤੇ ਅਸੀਂ ਬੰਨੇ ਹੋ ਨਾ ਆਲੇ ਦੁਆਲੇ, ਸੋਚਦੇ ਹਾਂ ਕਿ ਰੰਗ ਆ ਜਾਊਗਾ, ਉਹ ਫਿਰ ਮਹਿੰਦੀ ਨੂੰ ਰਗੜਦਾ ਹੈ, ਔਰ ਫਿਰ ਉਹ ਰੰਗ ਲੈ ਕੇ ਆਉਂਦਾ ਹੈ, ਔਰ ਫਿਰ ਉਹ ਵੱਖਰਾ ਹੀ ਰੰਗ ਹੁੰਦਾ। ਕੱਲ ਨੂੰ ਉਹਨਾਂ ਚੀਜ਼ਾਂ ਨੂੰ ਦੇਖਾਂਗੇ। ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਹਾਂ ਤੇਰੇ ਇਸ ਪਵਿੱਤਰ ਵਚਨ ਦੇ ਲਈ ਜੋ ਤੂੰ ਸਾਨੂੰ ਦਿੰਦਾ। ਮੈਂ ਆਪਣੇ ਭੈਣਾਂ ਭਰਾਵਾਂ ਦੇ ਲਈ ਬਹੁਤ ਪ੍ਰਭੂ ਜੀ ਤੇਰਾ ਸ਼ੁਕਰ ਕਰਦਾ। ਇਹਨਾਂ ਦੇ ਨਾਲ ਪ੍ਰਭੂ ਜੀ ਮੈਨੂੰ ਬਰਕਤ ਮਿਲਦੀ ਆ, ਮੇਰੇ ਖਾਨਦਾਨ ਨੂੰ ਬਰਕਤ ਮਿਲਦੀ ਹੈ, ਔਰ ਇਹ ਵੀ ਪ੍ਰਭੂ ਜੀ ਮੇਰਾ ਖਾਨਦਾਨ, ਇਹ ਸਾਰੇ ਸਾਡਾ ਖਾਨਦਾਨ, ਸਾਡਾ ਛੋਟਾ ਜਿਹਾ ਇਹ ਖਾਨਦਾਨ ਹੈ ਜਿਸ ਦੇ ਵਿੱਚ ਬਹਿ ਕੇ ਪ੍ਰਭੂ ਜੀ ਅਸੀਂ ਹਰ ਰੋਜ਼ ਸ਼ਾਮ ਦਾ ਭੋਜਨ ਕਰਦੇ। ਮੇਰੇ ਪਿਆਰੇ ਪ੍ਰਭੂ, ਇਸੇ ਤਰ੍ਹਾਂ ਸਾਨੂੰ ਭੁੱਖ ਲਾ ਕੇ ਰੱਖੀ, ਆਪਣੇ ਪਿੱਛੇ ਲਾ ਕੇ ਰੱਖੀ, ਬਣਿਆ ਰਹਿਣ ਦੀ ਪ੍ਰਭੂ ਜੀ। ਸਾਨੂੰ ਧੋਂਦਾ ਜਾਈ ਤਾਂ ਕਿ ਖੁਦਾਵੰਦ ਅਸੀਂ ਆਪਣਾ ਆਪ ਤੇਰੀਆਂ ਹੱਥਾਂ ਦੇ ਵਿੱਚ ਦਿੰਦੇ ਜਾਈਏ, ਔਰ ਤੂੰ ਉਸ ਨੂੰ ਧੋਂਦਾ ਜਾਏ ਔਰ ਉਹ ਚਮਕਦਾ ਜਾਏ। ਹਰ ਹਨੇਰੇ ਦੀ ਚੀਜ਼ ਜੋ ਅਸੀਂ ਛੁਪਾ ਕੇ ਰੱਖੀ ਆ ਪ੍ਰਭੂ ਜੀ, ਉਹ ਤੇਰੇ ਸਾਹਮਣੇ ਲੈ ਆਈਏ, ਤੇਰੇ ਚਾਨਣ ਚ ਲੈ ਆਏ, ਤਾਂ ਕਿ ਪ੍ਰਭੂ ਜੀ ਉਹ ਚਾਨਣ ਬਣ ਜਾਏ ਔਰ ਉਹ ਸਾਡੇ ਲਈ ਬਰਕਤ ਦਾ ਕਾਰਨ ਬਣ ਜਾਏ। ਮੇਰੇ ਪਿਆਰੇ ਪ੍ਰਭੂ, ਮੇਰੇ ਭੈਣਾਂ ਭਰਾਵਾਂ ਦੇ ਉੱਤੇ ਤੂੰ ਆਪਣਾ ਰਹਿਮ ਪਾਏ। ਇਹਨਾਂ ਦੇ ਅੱਗੇ ਪਿੱਛੇ, ਸੱਜੇ ਖੱਬੇ, ਉੱਪਰੋਂ ਸਵਰਗ, ਛੋਟਾ ਪੈਰਾਂ ਚ ਛੋਟਾ ਰਸਤਾ। ਮੇਰੇ ਪਿਆਰੇ ਪ੍ਰਭੂ, ਇਸੇ ਤਰ੍ਹਾਂ ਤੁਸੀਂ ਤੇਰੀ ਰਾਖੀ, ਤੇਰੀ ਦਇਆ, ਤੇਰਾ ਆਰਾਮ, ਤੇਰੀ ਸ਼ਾਂਤੀ, ਤੇਰਾ ਪਿਆਰ ਸਾਡੇ ਆਲੇ ਦੁਆਲੇ ਪ੍ਰਭੂ ਜੀ ਘੇਰਾ ਪਾ ਕੇ ਰੱਖੇ। ਤੇਰੀ ਨਿਗਾਹ ਸਾਡੇ ਤੇ ਲੱਗੀ ਰਹੇ, ਪਵਿੱਤਰ ਆਤਮਾ ਦੀ ਨਜ਼ੂਰੀ ਪ੍ਰਭੂ ਜੀ ਸਾਡੇ ਅੰਦਰ ਹੀ ਬਣੀ ਰਹੇ, ਔਰ ਛੋਟਾ ਰਸਤਾ ਯਿਸੂ ਦਾ ਪ੍ਰਭੂ ਜੀ ਸਾਡੇ ਪਿਆਰਾਂ ਚ ਰਹੇ। ਇਹੋ ਹੀ ਤਰੀਕਾ ਖੁਦਾਬੰਦ ਅਸੀਂ ਘਰ ਵੱਲ ਨੂੰ ਜਾ ਸਕਦੇ, ਔਰ ਪ੍ਰਭੂ ਜੀ ਤੇਰੇ ਰਹਿਮ ਤੋਂ ਬਗੈਰ ਨਹੀਂ ਜਾ ਸਕਦੇ। ਇਹ ਜਿਹੜਾ ਤੂੰ ਸਾਡੇ ਸਾਨੂੰ ਸੰਭਾਲਿਆ ਹੈ, ਤੇਰੀ ਸੰਭਾਲ ਦੇ ਲਈ ਅਸੀਂ ਸ਼ੁਕਰ ਕਰਦੇ। ਖੁਦਾਵੰਦ, ਅਸੀਂ ਪਤੀ ਪਤਨੀ ਦੇ ਰਿਸ਼ਤੇ ਨੂੰ ਦੇਖਦੇ ਪਏ ਹਾਂ। ਸਾਡੇ ਵਿੱਚ ਹੀ ਬਹੁਤ ਸਾਰੇ ਭੈਣ ਭਰਾ ਪ੍ਰਭੂ ਜੀ ਜੋ ਇਸ ਚੀਜ਼ ਦੇ ਵਿੱਚ ਸਟਰਗਲ ਕਰਦੇ ਪਏ, ਉਹ ਆਪਣੇ ਦੁਨਿਆਵੀ ਰਿਸ਼ਤਿਆਂ ਦੇ ਵਿੱਚ ਸਟਰਗਲ ਕਰਦੇ ਪਏ। ਸੋ ਪ੍ਰਭੂ ਜੀ, ਅੱਜ ਮੈਂ ਉਹਨਾਂ ਦੇ ਲਈ ਦੁਆ ਕਰਦਾ। ਖੁਦਾਵੰਦ, ਤੂੰ ਆਪਣੀ ਕਿਰਪਾ, ਆਪਣੀ ਦਇਆ, ਆਪਣਾ ਰਹਿਮ ਕਰ, ਸ਼ੁੱਧਤਾ ਲੈ ਕੇ ਆ, ਪਵਿੱਤਰਤਾ ਲੈ ਕੇ ਆ, ਪਿਆਰ ਲੈ ਕੇ ਆ, ਸ਼ਾਂਤੀ ਲੈ ਕੇ ਆ, ਔਰ ਆਨੰਦ ਲੈ ਕੇ ਆ। ਮੈਂ ਆਪਣੇ ਪ੍ਰਭੂ ਜੀ ਪਰਿਵਾਰ ਦੇ ਲਈ ਦੁਆ ਕਰਦਾ, ਔਰ ਇਸੇ ਤਰ੍ਹਾਂ ਮੈਂ ਬਾਕੀ ਭੈਣ ਭਰਾਵਾਂ ਦੇ ਲਈ ਵੀ ਦੁਆ ਕਰਦਾ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਸਭ ਕੁਝ ਮੰਗਦੇ ਹਾਂ। ਸਾਡੇ ਤੇ ਰਹਿਮ ਕਰੀ, ਦਇਆ ਕਰੀ, ਔਰ ਸਾਰੇ ਭੈਣ ਭਰਾ ਕਹਿਣ ਬਲੈਸ ਯੂ ਆਲ। ਕੱਲ ਨੂੰ ਸੇਮ ਟਾਈਮ ਮਿਲਾਂਗੇ, ਔਰ ਕੱਲ ਨੂੰ ਅਸੀਂ ਉਸ ਰਿਫਾਈਨਰਸ ਫਾਇਰ ਦੇ ਵਿੱਚ ਦੀ ਨਿਕਲਾਂਗੇ ਕਿ ਕਿੱਦਾਂ ਪ੍ਰਭੂ ਸਾਨੂੰ ਤਿਆਰ ਕਰ ਦੁਲਹਨ ਬਣਨ ਦੇ ਲਈ, ਕਿੱਦਾਂ ਉਹ ਸਾਨੂੰ ਇੱਕ ਲੈਵਲ ਤੋਂ ਦੂਜੇ ਲੈਵਲ ਤੇ ਲੈ ਕੇ ਜਾਂਦਾ, ਕਿ ਉਹਦਾ ਪਿਆਰ ਜਿਹੜਾ ਕਿੱਦਾਂ ਸਾਨੂੰ ਮਸੀਹ ਨੂੰ ਪਿਆਰ ਕਰਨ ਦੇ ਵਿੱਚ ਬਦਲ ਜਾਂਦਾ। ਮਸੀਹ ਨੂੰ ਅਸੀਂ ਜਿਸ ਤਰ੍ਹਾਂ ਕਿ ਅੱਜ ਦੀ ਜੋ ਚਰਚ ਦਾ ਰਿਵਾਜ ਆ, ਬੇਸਿਕਲੀ ਬਹਿਰਾ ਬਣਾ, ਲੇਕਿਨ ਉਹ ਬਹਿਰਾ ਨਹੀਂ, ਸਾਡਾ ਮਾਲਕ, ਚਰਚ ਦਾ ਪਤੀ ਹੈ, ਸਿਰ ਆ ਸਾਡਾ, ਔਰ ਉਸ ਦਾ ਆਦਰ। ਕੱਲ ਨੂੰ ਸਾਰਿਆਂ ਪ੍ਰਭੂ ਤੁਹਾਨੂੰ ਬਰਕਤ ਦੇ, ਤੁਹਾਡੇ ਸਾਰਿਆਂ ਦੀ।